ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਪੰਜਵਾਂ। ਗਾਇਓ ਰੀ ਮੈਂ ਗੁਣ ਨਿਧ ਗਾਇਓ, ਗਾਇਓ ਰੀ ਮੈਂ ਗੁਣ ਨਿਧ ਮੰਗਲ ਗਾਇਓ। ਭਲੇ ਸੰਜੋਗ ਭਲੇ ਦਿਨ ਅਵਸਰ, ਜੋ ਗੋਪਾਲ ਰਿਝਾਇਓ। ਗਾਇਓ ਰੀ ਮੈਂ ਗੁਣ ਨਿਧ ਮੰਗਲ ਗਾਇਓ। ਭਲੇ ਸੰਜੋਗ ਭਲੇ ਦਿਨ ਅਵਸਰ, ਜੋ ਗੋਪਾਲ ਰਿਝਾਇਓ। ਰਹਾਉ ਸੰਤਹਿ ਚਰਨ ਮੋਰ ਲੋ ਮਾਥਾ, ਹਮਰੇ ਮਸਤਕ ਸੰਤ ਧਰੇ ਹਾਥਾ। ਸਾਧਹ ਮੰਤਰ ਮੋਰ ਲੋ ਮਨੁਆ, ਤਾਂਤੇ ਗਤ ਹੋਏ ਤ੍ਰੈ ਗੁਨੀਆਂ। ਭਗਤਾਂ ਦਰਸ ਦੇਖ ਨੈਣ ਰੰਗਾ, ਲੋਭ ਮੋਹ ਟੂਟੇ ਭ੍ਰਮ ਸੰਗਾ। ਕਉ ਨਾਨਕ ਸੁਖ ਸਹਿਜ ਅਨੰਦਾ, ਖੋਲ ਭੀਤ ਮਿਲੇ ਪਰਮਾਨੰਦਾ। ਕਹੋ ਨਾਨਕ ਸੁਖ ਸਹਿਜ ਅਨੰਦਾ, ਖੋਲ ਭੀਤ ਮਿਲੇ ਪਰਮਾਨੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਸਤਿਗੁਰੂ ਜੁਗੋ ਜੁਗ ਅਟਲ, ਜਹਰਾ ਜਹੂਰ ਹਾਜ਼ਰਾ ਹਜੂਰ। ਸਰਬ ਕਲਾ ਸਮਰੱਥ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਣ ਵਿੱਚ ਸੁਭਾਈਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਪਰਮ ਪਿਤਾ ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਅੰਮ੍ਰਿਤ ਵੇਲੇ ਗੁਰੂ ਕੇ ਦਰਸ਼ਨ ਦੀਦਾਰ ਕਰਨ ਦਾ, ਹਰਜਸ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਕੀ ਪਾਵਨ ਗੋਦ ਵਿੱਚ ਬੈਠ ਕੇ ਗੁਰਬਾਣੀ ਦਾ ਮਨੋਹਰ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਜੋ ਹਰ ਰੋਜ਼ ਆਪ ਜੀ ਸਰਵਣ ਕਰਦੇ ਹੋ, ਉਸ ਦੇ ਨਾਲ ਸੰਬੰਧਿਤ ਸਤਿਗੁਰੂ ਜੀ ਦੇ ਇਹ ਪਾਵਨ ਬਚਨ ਸਾਰੰਗ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਮਨੁੱਖਾ ਜ਼ਿੰਦਗੀ ਦਾ ਮਕਸਦ ਹੈ ਪ੍ਰਮਾਤਮਾ ਵਿੱਚ ਲਿਵਲੀਨ ਹੋਣਾ, ਪਰਮ ਆਨੰਦ ਨੂੰ ਮੰਨਣਾ। ਉਹ ਪਰਮ ਆਨੰਦ ਦਾ ਘਰ ਹੈ ਹੀ ਪ੍ਰਮਾਤਮਾ ਹੈ। ਉਸ ਪ੍ਰਮਾਤਮਾ ਦੇ ਵਿੱਚ ਜੁੜਨ ਤੋਂ ਬਿਨਾਂ, ਲਿਵਲੀਨ ਹੋਣ ਤੋਂ ਬਿਨਾਂ ਜ਼ਿੰਦਗੀ 'ਚ ਪਰਮ ਆਨੰਦ ਮਿਲ ਹੀ ਨਹੀਂ ਸਕਦਾ। ਇਹ ਜ਼ਿੰਦਗੀ ਉਹ ਪਰਮ ਆਨੰਦ ਮਾਣਨ ਲਈ ਮਿਲੀ ਹੈ। ਜ਼ਿੰਦਗੀ ਦੁਖੀ ਹੋਣ ਲਈ ਨਹੀਂ ਹੈ, ਪਰੇਸ਼ਾਨ ਹੋਣ ਲਈ ਨਹੀਂ ਹੈ। ਜੇ ਅਸੀਂ ਅਜੇ ਉਹ ਆਨੰਦ ਨਹੀਂ ਮਾਣਿਆ, ਜਾਂ ਅਸੀਂ ਕਿਸੇ ਕਾਰਨ ਵੀ ਪਰੇਸ਼ਾਨ ਹਾਂ, ਉਹਦਾ ਕਾਰਨ ਕਿ ਸਾਨੂੰ ਅਜੇ ਜੀਵਨ ਜਾਚ ਨਹੀਂ ਆਈ, ਜੀਵਨ ਦਾ ਢੰਗ ਨਹੀਂ ਆਇਆ। ਕਿਉਂਕਿ ਮਨੁੱਖ ਕਦੀ ਵੀ ਆਪਣੇ ਦੋਸ਼ ਨੂੰ ਕਬੂਲਣ ਲਈ ਤਿਆਰ ਨਹੀਂ ਹੈ। ਕਿਸੇ ਵੀ ਪਾਸੇ ਨਜ਼ਰ ਮਾਰ ਲਓ, ਧਾਰਮਿਕ ਬੰਦਾ ਵੀ ਆਪਣੇ ਦੋਸ਼ ਕਬੂਲਣ ਲਈ ਤਿਆਰ ਨਹੀਂ। ਉਹ ਵੀ ਸਭ ਕੁਝ ਕਰਦਾ, ਕਹੇਗਾ ਕਿ ਰੱਬ ਮੇਰੀ ਗੱਲ ਸੁਣਦਾ ਹੀ ਨਹੀਂ, ਮੈਂ ਤੇ ਬੜੀਆਂ ਬੇਨਤੀਆਂ ਕਰਦਾ ਹਾਂ। ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ 'ਚ ਨਿਰਣਾ ਕੀਤਾ ਕਿ ਦੱਦਾ ਦੋਸ ਨ ਕਿ ਦਿਓ ਕਿਸੇ ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨ ਦੀਜੈ ਅਵਰ ਜਨਾ। ਜੇ ਜ਼ਿੰਦਗੀ 'ਚ ਅਜੇ ਮੈਂ ਸੁਖੀ ਨਹੀਂ ਹਾਂ, ਆਨੰਦਿਤ ਨਹੀਂ ਹਾਂ, ਤੇ ਫਿਰ ਮੈਨੂੰ ਗਿਆਨ ਨਹੀਂ ਹੈ ਜਾਂ ਜ਼ਿੰਦਗੀ ਜੀਉਣ ਦਾ ਢੰਗ ਨਹੀਂ ਹੈ ਮੇਰੇ ਕੋਲ। ਉਹਦੇ ਲਈ ਪਰਮਾਤਮਾ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ। ਪਰਮਾਤਮਾ ਨੇ ਸਾਡੇ ਸੁੱਖਾਂ ਲਈ ਬਹੁਤ ਕੁਝ ਬਣਾਇਆ ਹੈ, ਪਰ ਅਸੀਂ ਉਸ ਦੇ ਵਿੱਚੋਂ ਕੁਝ ਸਿੱਖ ਨਹੀਂ ਸਕੇ, ਕੁਝ ਜਾਣ ਨਹੀਂ ਸਕੇ।
ਇਹ ਧਰਤੀ ਤੇ ਜੋ ਕੁਝ ਵੀ ਮਨੁੱਖ ਦੇ ਆਲੇ ਦੁਆਲੇ ਹੈ, ਮਨੁੱਖ ਲਈ ਹੈ, ਕੁਝ ਮਨੁੱਖ ਦੀ ਵਰਤੋਂ ਲਈ, ਕੁਝ ਮਨੁੱਖ ਨੂੰ ਸਿਖਾਉਣ ਲਈ ਹੈ। ਹਰ ਚੀਜ਼ ਮਨੁੱਖ ਨੂੰ ਗਿਆਨ ਦਿੰਦੀ ਹੈ। ਜੇ ਸਿੱਖਣਾ ਹੋਏ ਤੇ ਸਾਰੀ ਦੁਨੀਆ ਯੂਨੀਵਰਸਿਟੀ ਹੈ। ਜਿਹਨੇ ਨਹੀਂ ਸਿੱਖਣਾ ਉਹ ਯੂਨੀਵਰਸਿਟੀਆਂ ਚੋਂ ਵੀ ਨਹੀਂ ਸਿੱਖ ਸਕਦੇ। ਅੱਜ ਦਾ ਜੋ ਪਵਿੱਤਰ ਮੁੱਖ ਵਾਕ ਹੈ, ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਜ਼ਿੰਦਗੀ 'ਚ ਆਨੰਦ ਬਣ ਗਿਆ। ਜ਼ਿੰਦਗੀ 'ਚ ਉਸ ਪਰਮਾਤਮਾ ਦੇ ਦੀਦਾਰ ਹੋ ਗਏ, ਜੀਵਨ ਸਫਲ ਹੋ ਗਿਆ। ਆਨੰਦ ਵੈਸੇ ਤੇ ਦੁਨੀਆ ਦਾ ਕੋਈ ਵੀ ਸੁੱਖ ਸਾਨੂੰ ਮਿਲ ਜਾਏ ਸੀ ਕਿੰਨੇ ਬੜਾ ਆਨੰਦ ਆਇਆ। ਕੋਈ ਖੁਸ਼ੀ ਮਿਲ ਜਾਏ, ਕੋਈ ਸਾਨੂੰ ਪਦਾਰਥ ਮਿਲ ਜਾਏ, ਕੋਈ ਰੁਤਬਾ ਮਿਲ ਜਾਏ, ਅਸੀਂ ਬੜੇ ਖੁਸ਼ ਮਹਿਸੂਸ ਹੁੰਦੇ ਹਾਂ। ਔਰ ਇਹ ਰੁਤਬੇ, ਇਹ ਪਦਾਰਥ ਹੈ ਕਿ ਵਾਕਈ ਖੁਸ਼ੀ ਦੇ ਲਈ ਨੇ। ਇਹਨਾਂ 'ਚੋਂ ਸਾਨੂੰ ਨਿੱਕੀਆਂ ਨਿੱਕੀਆਂ ਖੁਸ਼ੀਆਂ ਮਿਲਦੀਆਂ ਨੇ। ਪਰ ਉਹ ਜੋ ਖੁਸ਼ੀ ਕਿਸੇ ਪਦਾਰਥ, ਕਿਸੇ ਵਸਤੂ, ਕਿਸੇ ਰੁਤਬੇ ਜਾਂ ਕਿਸੇ ਮਨੁੱਖ ਦੇ ਰਾਹੀਂ ਸਾਨੂੰ ਕੁਝ ਚਿਰ ਲਈ ਮਿਲੀ, ਉਹ ਤੇ ਖੁਸ਼ੀ ਹੈ। ਪਰ ਜੇ ਉਹ ਖੁਸ਼ੀ ਵਾਲਾ ਸੁਭਾਅ ਹਮੇਸ਼ਾ ਹੀ ਕਾਇਮ ਰਹੇ, ਨਿਰੰਤਰ ਬਣਿਆ ਰਹੇ, ਉਹਨੂੰ ਆਨੰਦ ਕਹਿੰਦੇ ਨੇ। ਹਮੇਸ਼ਾ ਹੀ ਉਹ ਚਾਅ ਜਿਹਾ ਅੰਦਰ ਬਣਿਆ ਰਹੇ। ਜੋ ਚਾਅ ਕਿਸੇ ਪਦਾਰਥ ਦੇ ਮਿਲਣ ਨਾਲ ਬਣਿਆ, ਵਸਤੂ ਨਾਲ, ਰੁਤਬੇ ਨਾਲ, ਕਿਸੇ ਮਨੁੱਖ ਰਾਹੀਂ, ਉਹ ਸਦਾ ਬਣਿਆ ਰਹੇ, ਉਹਨੂੰ ਆਨੰਦ ਕਹਿੰਦੇ ਨੇ। ਉਹ ਆਨੰਦ ਜਿਹੜਾ ਹੈ ਉਹ ਪਦਾਰਥਾਂ ਚੋਂ ਨਹੀਂ ਮਿਲਣਾ। ਪਦਾਰਥ ਤੇ ਸਾਨੂੰ ਇੱਕ ਸੇਧ ਦੇ ਦੱਸ ਸਕਦੇ ਨੇ ਕਿ ਖੁਸ਼ੀ ਹੈ। ਉਹ ਆਨੰਦ ਮਿਲਣਾ ਸਾਡੇ ਇੱਕ ਜੀਵਨ ਦੇ ਢੰਗ ਚੋਂ, ਸਾਡੀ ਸੁਰਤ ਦੇ ਇੱਕ ਪੱਧਰ ਵਿੱਚੋਂ। ਉਹ ਸੁਰਤ ਦਾ ਪੱਧਰ ਕਿਵੇਂ ਬਣੇ? ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਨੰਦ ਸਾਹਿਬ ਜੀ ਦੀ ਇੱਕ ਬੜੀ ਮਹਾਨ ਬਾਣੀ ਸਾਨੂੰ ਬਖਸ਼ ਕੀਤੀ। ਰੋਜ਼ ਉਸ ਦਾ ਨਿਤਨੇਮ ਕਰਨ ਦੀ ਸਾਨੂੰ ਹਦਾਇਤ ਹੈ। ਉਹਦੇ ਸਤਿਗੁਰੂ ਜੀ ਨੇ ਖਤਾਂ ਤੇ ਬਚਨ ਕਹੇ ਨੇ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਵੈਸੇ ਤੇ ਸਾਰੀ ਦੁਨੀਆ ਕਹਿੰਦੀ ਜੀ ਬੜਾ ਆਨੰਦ ਹੈ। ਕਿਸੇ ਨੇ ਕੁਝ ਵਧੀਆ ਭੋਜਨ ਖਾ ਲਿਆ, ਸਵਾਦ ਆ ਕੇ ਕਹਿੰਦੇ ਜੀ ਬੜਾ ਆਨੰਦ ਆਇਆ। ਕੋਈ ਹੋਰ ਖੁਸ਼ੀ ਦਾ ਅਵਸਰ ਮਿਲ ਗਿਆ, ਆਪਾਂ ਕਹਿੰਦੇ ਜੀ ਬੜਾ ਹੀ ਆਨੰਦ ਆਇਆ। ਪਰ ਸਤਿਗੁਰੂ ਜੀ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਸਾਰੀ ਦੁਨੀਆ ਕਹਿੰਦੀ ਆਨੰਦ ਹੈ, ਪਰ ਇਹ ਆਨੰਦ ਨਹੀਂ। ਆਨੰਦ ਤਾਂ ਜਾਣਿਆ ਜਾਂਦਾ ਹੈ। ਆਨੰਦ ਨੂੰ ਪ੍ਰਾਪਤ ਕਰਨ ਦੇ ਲਈ ਇੱਕ ਗਿਆਨ ਪ੍ਰਾਪਤ ਕੀਤਾ ਜਾਂਦਾ ਹੈ। ਉਹ ਗਿਆਨ ਗੁਰੂ ਪਾਸੋਂ ਮਿਲਿਆ। ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਇਹ ਸਦਾ ਜਿੰਨੇ ਵੀ ਜਾਣਿਆ ਹੈ ਨਾ ਅਜੇ ਤੱਕ ਆਨੰਦ, ਉਹ ਗੁਰੂ ਰਾਹੀਂ ਜਾਣੇ। ਜਦੋਂ ਵਾਹਿਗੁਰੂ ਬਖਸ਼ਿਸ਼ ਕਰਦਾ ਹੈ, ਗੁਰੂ ਕੋਲ ਲੈ ਆਉਂਦਾ ਹੈ। ਸਾਡੀ ਜ਼ਿੰਦਗੀ 'ਚ ਉਹ ਭਾਗਾਂ ਵਾਲਾ ਸਮਾਂ ਹੈ, ਉੱਤਮ ਸਮਾਂ, ਜਦੋਂ ਆਪਾਂ ਗੁਰੂ ਕੀ ਹਜ਼ੂਰੀ ਚਾਹੁੰਦੇ, ਗੁਰੂ ਕੇ ਦੀਦਾਰ ਕਰਦੇ, ਸਾਡੀ ਸੁਰਤ ਗੁਰੂ ਕੇ ਸ਼ਬਦ ਨਾਲ ਜੁੜਦੀ ਹੈ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ। ਧੰਨ ਦਾ ਧੰਨ ਲਫ਼ਜ਼ ਬਹੁਤ ਪਵਿੱਤਰ, ਬੜਾ ਕੀਮਤੀ ਲਫ਼ਜ਼ ਹੈ ਧੰਨ। ਇਹ ਗੱਲ ਵੱਖਰੀ, ਅਸੀਂ ਹਰ ਮਨੁੱਖ ਨੂੰ ਧੰਨ ਕਹੀ ਜਾਂਦੇ ਹਾਂ। ਧੰਨ ਲਫ਼ਜ਼ ਸਤਿਗੁਰੂ ਜੀ ਨੇ ਉਦੋਂ ਵਰਤਿਆ ਜੋ ਬਹੁਤ ਵੈਲਿਊਏਬਲ ਗੱਲ ਹੋਏ, ਬੜੀ ਮਹਾਨ ਗੱਲ। ਧੰਨ ਸੋ ਵੇਲਾ, ਧੰਨ ਸੋ ਦਿਨਸ ਸੰਜੋਗੜਾ, ਧੰਨ ਮੂਰਤ ਪਲਸਾਰ। ਸਤਿਗੁਰੂ ਜੀ ਕਹਿੰਦੇ ਉਹ ਘੜੀ ਧੰਨ, ਉਹ ਵੇਲਾ ਧੰਨ ਜਦੋਂ ਅਸੀਂ ਗੁਰੂ ਕੇ ਦੀਦਾਰ ਕਰਦੇ ਹਾਂ। ਤੇ ਗੁਰੂ ਕੇ ਦੀਦਾਰ ਕਰਦੇ ਹਾਂ ਜਿਸ ਵੇਲੇ ਅਸੀਂ ਵਾਹਿਗੁਰੂ ਜੀ ਦੇ ਵਿੱਚ ਲਿਵਲੀਨ ਹੋ ਜਾਈਏ, ਜੁੜ ਜਾਈਏ, ਤੇ ਉਸ ਵੇਲੇ ਦੀ ਤੇ ਕੀਮਤ ਅਸੀਂ ਬਿਆਨ ਹੀ ਨਹੀਂ ਕਰ ਸਕਦੇ। ਉਹ ਕਿੰਨਾ ਮਹਾਨ ਹੈ, ਉਸ ਦਾ ਜ਼ਿਕਰ ਹੀ ਅੱਜ ਸਤਿਗੁਰੂ ਜੀ ਨੇ ਕੀਤਾ। ਸਤਿਗੁਰੂ ਜੀ ਕਹਿੰਦੇ ਜਾਣਿਆ ਆਨੰਦ ਸਦਾ ਗੁਰ ਤੇ। ਸਦਾ ਦਾ ਅਰਥ ਕਿ ਹਮੇਸ਼ਾ ਆਨੰਦ ਜਿੰਨੇ ਵੀ ਜਾਣੇ ਆ ਗੁਰੂ ਪਾਸੋਂ ਜਾਣੇ ਆ। ਜਦੋਂ ਵਾਹਿਗੁਰੂ ਮਿਹਰ ਕਰਦੇ ਗੁਰੂ ਕੋਲ ਲੈ ਆਉਂਦੇ, ਤੇ ਗੁਰੂ ਕੋਲ ਆ ਕੇ ਆਨੰਦ ਮਾਣਿਆ ਕਿਵੇਂ ਜਾਂਦਾ ਹੈ? ਗੁਰੂ ਕੋਲ ਆ ਕੇ ਕਰ ਕਿਰਪਾ ਕਿਲ ਵਿਖ ਕਟੇ, ਗਿਆਨ ਅੰਜਨ ਸਾਰਿਆ। ਗੁਰੂ ਸਾਨੂੰ ਗਿਆਨ ਦਾ ਸੁਰਮਾ ਦਿੰਦਾ ਹੈ। ਅੰਜਨ ਕਹਿੰਦੇ ਨੇ ਸੁਰਮੇ ਨੂੰ। ਅੱਖਾਂ 'ਚ ਕੋਈ ਰੋਗ ਹੋਏ, ਧੁੰਦਲਾਪਨ ਹੋਏ, ਅਸੀਂ ਸੁਰਮਾ ਪਾਉਂਦੇ ਹਾਂ, ਦਾਰੂ ਪਾਉਂਦੇ ਹਾਂ, ਅੱਖਾਂ ਤੰਦਰੁਸਤ ਹੋ ਜਾਂਦੀਆਂ ਨੇ। ਸਾਡੇ ਅੰਦਰ ਧੁੰਦੜਾ ਪਾਣੇ, ਸਾਡੇ ਅੰਦਰ ਭਰਮ ਹੈ, ਸਾਡੇ ਅੰਦਰ ਬੜੇ ਭੁਲੇਖੇ ਨੇ, ਜਿਨ੍ਹਾਂ ਕਰਕੇ ਅਸੀਂ ਇਹ ਧਰਤੀ ਸੀ ਆਨੰਦ ਲਈ, ਜ਼ਿੰਦਗੀ ਸੀ ਆਨੰਦ ਲਈ। ਜਿਵੇਂ ਅੱਖਾਂ ਦੇਖਣ ਲਈ ਨੇ, ਕਲੀਅਰ ਦੇਖਣ ਲਈ, ਪਰ ਅੱਖਾਂ ਦੇ ਵਿੱਚ ਕੋਈ ਰੋਗ ਹੈ ਤੇ ਸਾਨੂੰ ਸਾਫ਼ ਨਜ਼ਰ ਨਹੀਂ ਆਉਂਦਾ। ਬੜੇ ਭੁਲੇਖੇ ਖੜੇ ਹੁੰਦੇ ਨੇ। ਜੇ ਅੱਖਾਂ ਠੀਕ ਨਹੀਂ ਹੈ ਤੇ ਸਾਫ਼ ਨਜ਼ਰ ਨਹੀਂ ਆਉਂਦਾ। ਅੱਖਾਂ ਦੇ ਵਿੱਚ ਕੋਈ ਦਵਾਈ ਪੈ ਜੇ, ਤੰਦਰੁਸਤ ਹੋ ਜਾਣ ਤੇ ਸਾਨੂੰ ਫਿਰ ਕਲੀਅਰ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਸਾਡੇ ਅੰਦਰ ਭੁਲੇਖੇ ਨੇ ਬੜੇ, ਸਾਡੇ ਅੰਦਰ ਬਹੁਤ ਵੱਡੇ ਭਰਮ ਨੇ, ਜਿੱਧਰੇ ਸਾਨੂੰ ਜਗਤ ਦੀ ਅਸਲੀਅਤ ਨਜ਼ਰ ਨਹੀਂ ਆ ਰਹੀ। ਪਰ ਜਦੋਂ ਗੁਰੂ ਗਿਆਨ ਅੰਜਨ ਦਿੰਦਾ ਹੈ ਨਾ, ਫਿਰ ਉਸ ਅੰਜਨ ਦੇ ਰਾਹੀਂ ਕਰ ਕਿਰਪਾ ਕਿਲ ਵਿਖ ਕੱਟੇ। ਸਾਡੇ ਅੰਦਰ ਜੋ ਉਹ ਮੈਲ ਹੈ ਨਾ ਕਿਲ ਵਿਖਾਂ ਦੀ,
ਜਿਹਦੇ ਕਰਕੇ ਜਿਵੇਂ ਅੱਖਾਂ 'ਚ ਕੋਈ ਮੈਲ ਹੋਏ ਤੇ ਅੱਖਾਂ ਰੋਗੀ ਹੁੰਦੀਆਂ ਨੇ, ਉਹ ਸੁਰਮੇ ਨਾਲ ਕੱਟਿਆ ਜਾਂਦਾ ਹੈ ਰੋਗ। ਸਾਡੇ ਅੰਦਰ ਨੇ ਭੁਲੇਖੇ, ਪਾਪ ਨੇ ਸਾਡੇ ਅੰਦਰ, ਬੇਈਮਾਨੀ ਹੈ ਸਾਡੇ ਅੰਦਰ, ਲੋਭ ਹੈ, ਕ੍ਰੋਧ ਹੈ, ਹੰਕਾਰ ਹੈ। ਉਹ ਜਦੋਂ ਗੁਰੂ ਕਾ ਗਿਆਨ ਮਿਲਦਾ ਹੈ ਨਾ, ਕਰ ਕਿਰਪਾ ਕਿਲ ਵਿਖ ਕੱਟੇ, ਸਾਡੇ ਅੰਦਰੋਂ ਕਿਲ ਵਿਖ ਕੱਟੇ ਜਾਂਦੇ ਨੇ, ਉਹ ਪਾਪਾਂ ਦੀ ਮੈਲ ਮਿਟ ਜਾਂਦੀ ਹੈ। ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ। ਜਿਨ੍ਹਾਂ ਨੇ ਗੁਰੂ ਕੇ ਪਾਸੋਂ ਗਿਆਨ ਅੰਜਨ ਪ੍ਰਾਪਤ ਕਰ ਲਿਆ, ਕਿਲ ਵਿਖ ਮਿਟ ਗਏ, ਅੰਦਰੋਂ ਫਿਰ ਮੋਹ ਮਿਟ ਜਾਂਦਾ ਹੈ। ਮੋਹ ਦਾ ਅਰਥ ਹੈ ਕਿ ਇਹ ਮੇਰਾ ਹੈ, ਮੈਂ ਆਪਣੇ ਘਰ ਲਈ ਜਿਉਣਾ ਹੈ, ਮੈਂ ਆਪਣੇ ਪਰਿਵਾਰ ਨੂੰ ਹੀ ਪਾਲਣਾ ਹੈ, ਜਿਵੇਂ ਮਰਜ਼ੀ ਪਾਣਾ, ਲੋਕਾਂ ਦੇ ਪਰਿਵਾਰਾਂ ਨੂੰ ਬਰਬਾਦ ਕਰ ਦੇਵਾਂ, ਲੋਕਾਂ ਦੇ ਕਾਰੋਬਾਰ ਬਰਬਾਦ ਕਰਕੇ ਮੇਰੇ ਕਾਰੋਬਾਰੀ ਵਧਣੇ ਚਾਹੀਦੇ ਨੇ, ਇਹ ਮੋਹ ਹੈ। ਜਦੋਂ ਗੁਰੂ ਨੇ ਗਿਆਨ ਦਿੱਤਾ, ਅੰਦਰੋਂ ਮੋਹ ਟੁੱਟ ਗਿਆ। ਹੁਣ ਸਮੁੱਚੀ ਦੁਨੀਆ ਆਪਣੀ ਨਜ਼ਰ ਆਉਣੀ ਸ਼ੁਰੂ ਹੋ ਗਈ। ਤਿਨਕਾ ਸ਼ਬਦ ਸੱਚੇ ਸਵਾਰਿਆ। ਸ਼ਬਦ ਦਾ ਅਰਥ ਹੈ ਇੱਥੇ ਜੀਵਨ ਢੰਗ, ਸ਼ਬਦ ਦਾ ਅਰਥ ਹੈ ਵਤੀਰਾ, ਸ਼ਬਦ ਦਾ ਅਰਥ ਜਿਹਨੂੰ ਆਪਾਂ ਕਹਿੰਦੇ ਆਚਾਰ, ਕਿਰਦਾਰ। ਆ ਜਿਹੜਾ ਆਪਾਂ ਰੋਜ਼ ਸ਼ਬਦ ਪੜ੍ਹਦੇ ਨਾ, ਗੁਰੂ ਕਾ ਘੜੀ ਹੈ ਸ਼ਬਦ ਸੱਚੀ ਟਕਸਾਲ। ਸ਼ਬਦ ਅਰਥ ਹੈ ਜੀਵਨ ਘੜਿਆ ਜਾਂਦਾ ਹੈ, ਸਾਡਾ ਆਚਾਰ ਘੜਿਆ ਜਾਂਦਾ ਹੈ ਗੁਰੂ ਕੀ ਟਕਸਾਲ ਵਿੱਚ। ਜਿਵੇਂ ਬਾਹਰਲੀ ਟਕਸਾਲ 'ਚ ਹਥਿਆਰ ਬਣਦੇ ਨੇ, ਸਿੱਕੇ ਬਣਦੇ ਨੇ, ਗੁਰੂ ਦੀ ਟਕਸਾਲ ਵਿੱਚ ਜੀਵਨ ਘੜਿਆ ਜਾਂਦਾ ਹੈ। ਇਹ ਇੱਥੇ ਸਾਨੂੰ ਇੱਕ ਜੀਵਨ ਜਾਚ ਮਿਲਦੀ, ਸਾਡਾ ਸੁਭਾਅ ਬਦਲਦਾ, ਵਤੀਰਾ ਬਦਲਦਾ। ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ। ਉਸ ਵਾਹਿਗੁਰੂ ਜੀ ਨੇ ਗੁਰੂ ਕੇ ਸ਼ਬਦ ਰਾਹੀਂ ਉਸ ਮਨੁੱਖ ਦਾ ਜੀਵਨ ਸਵਾਰ ਦਿੱਤਾ, ਜੀਉਣ ਦਾ ਢੰਗ ਸਵਾਰ ਦਿੱਤਾ, ਉਹਦੇ ਦੇਖਣ ਦਾ, ਉਹਦੇ ਸੁਣਨ ਦਾ ਤਰੀਕਾ ਹੀ ਬਦਲ ਗਿਆ। ਕਹੇ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਸਤਿਗੁਰੂ ਜੀ ਕਹਿੰਦੇ ਇਹਨੂੰ ਆਨੰਦ ਕਹਿੰਦੇ ਨੇ। ਉਹ ਆਨੰਦ ਕਦੋਂ ਮਿਲਦਾ? ਜਦੋਂ ਸਾਡਾ ਜੀਵਨ ਬਦਲ ਜਾਏ। ਹੁਣ ਗੁਰੂ ਕੋਲ ਅਸੀਂ ਆਉਂਦੇ ਹਾਂ, ਵੱਡੇ ਭਾਗ ਨੇ, ਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਸਾਡਾ ਜੀਵਨ ਬਦਲਣਾ ਚਾਹੀਦਾ। ਜੀਵਨ ਕਦੋਂ ਬਦਲੇਗਾ? ਕੋਈ ਵੀ ਆਦਤ ਨੂੰ ਬਦਲਣ ਦੇ ਲਈ ਨਾ, ਕਿਸੇ ਨਵੀਂ ਗੱਲ ਨੂੰ ਰੋਜ਼ ਕੰਟੀਨਿਊ ਕਰਨਾ ਪੈਂਦਾ। ਕੰਟੀਨਿਊ ਕਰਦੇ ਰਹੋ, ਤੁਹਾਡੀ ਆਦਤ ਬਣ ਜਾਂਦੀ ਹੈ। ਜੀਵਨ ਢੰਗ ਜਿੰਨਾ ਵਧੀਆ ਬਣਦਾ ਜਾਏਗਾ, ਉਨਾ ਹੀ ਅਸੀਂ ਖੁਸ਼ ਹੁੰਦੇ ਚਲੇ ਜਾਵਾਂਗੇ। ਖੁਸ਼ੀ ਸਾਡੇ ਜਿਉਣ ਦੇ ਢੰਗ 'ਚ। ਅਸੀਂ ਕੋਈ ਵਧੀਆ ਕੰਮ ਕਰ ਲਈਏ ਨਾ, ਕੋਈ ਵਧੀਆ ਕੰਮ, ਵਾਹਿਗੁਰੂ ਮਿਹਰ ਕਰੇ, ਕਿਤੇ ਦੁਖੀ ਦੀ ਮਦਦ ਕਰ ਦਈਏ ਤੇ ਸਾਡੇ ਅੰਦਰ ਇੱਕ ਖੁਸ਼ੀ ਪੈਦਾ ਹੁੰਦੀ ਹੈ। ਜੇ ਆਪਾਂ ਹਮੇਸ਼ਾ ਹੀ ਇਦਾਂ ਦੇ ਕੰਮ ਕਰੀਏ, ਉਹ ਖੁਸ਼ੀ ਆਨੰਦ ਬਣ ਜਾਏਗੀ। ਅਸੀਂ ਕਿਤੇ ਕੋਈ ਪਰਉਪਕਾਰ ਕਰ ਲਈਏ, ਕਿਤੇ ਸੇਵਾ ਕਰ ਲਈਏ, ਕਿਤੇ ਕਿਸੇ ਦਿਨ ਪਿਆਰ ਦੇ ਨਾਲ ਬਾਣੀ ਨਾਲ ਜੁੜ ਜਾਈਏ, ਅੰਦਰ ਇੱਕ ਚਾਅ, ਖੇੜਾ ਪੈਦਾ ਹੁੰਦਾ ਹੈ। ਬਸ ਉਹ ਖੇੜਾ ਹਮੇਸ਼ਾ ਬਣਿਆ ਰਹੇ, ਉਹਨੂੰ ਆਨੰਦ ਕਹਿੰਦੇ ਨੇ। ਪਰ ਇਹ ਤਾਂ ਆਨੰਦ ਬਣਦਾ ਹੈ ਜੀਵਨ ਢੰਗ ਜਦੋਂ ਸਾਡਾ ਸਬਰਦਾ। ਜਿੰਨਾ ਵਧੀਆ ਜੀਵਨ ਢੰਗ ਹੋਏਗਾ, ਦੇਖੋ ਇਹ ਏਡਾ ਵੱਡਾ ਬ੍ਰਹਿਮੰਡ ਚੱਲ ਰਿਹਾ ਹੈ, ਸੂਰਜ ਚੱਲ ਰਿਹਾ ਹੈ, ਚੰਦਰਮਾ ਚੱਲ ਰਿਹਾ ਹੈ, ਧਰਤੀ ਚੱਲ ਰਹੀ ਹੈ, ਕਿੰਨੀ ਵੱਡੀ ਕਾਇਨਾਤ ਹੈ। ਇਹ ਕਿਵੇਂ ਚੱਲ ਰਹੀ ਹੈ? ਇਹਦੇ ਚੱਲਣ ਦਾ ਕੋਈ ਸਿਸਟਮ ਹੈ, ਇਹਦੇ ਚੱਲਣ ਦਾ ਕੋਈ ਕਾਇਦਾ ਕਾਨੂੰਨ ਹੈ। ਕੋਈ ਚੀਜ਼ ਵੀ ਬੇਕਾਇਦਗੀ ਵਿੱਚ ਨਹੀਂ ਹੈ। ਇਸ ਨੇਚਰ ਦੇ ਅੰਦਰ ਕੋਈ ਚੀਜ਼ ਜਿਹੜੀ ਹੈ ਬਕਾਇਦੇ ਵਿੱਚ ਨਹੀਂ ਹੈ। ਜਦੋਂ ਵੀ ਕੋਈ ਚੀਜ਼ ਕੁਦਰਤ ਦੇ ਉਸ ਕਾਨੂੰਨ ਤੋਂ ਬਾਹਰੀ ਹੁੰਦੀ, ਉਹ ਤਬਾਹ ਹੋ ਜਾਂਦੀ ਹੈ। ਆਪਾਂ ਕਦੀ ਗਰਮੀਆਂ ਨੂੰ ਜਾਂ ਆਮ ਰਾਤ ਨੂੰ ਨਜ਼ਰ ਮਾਰੀਏ ਆਕਾਸ਼, ਕਦੀ ਕਦੀ ਕੋਈ ਚੰਗਿਆੜੀ ਧਰਤੀ ਨੂੰ ਡਿੱਗਦੀ ਹੈ ਤੇ ਬਜ਼ੁਰਗ ਕਹਿੰਦੇ ਸਨ ਇਹ ਤਾਰਾ ਟੁੱਟ ਗਿਆ। ਅੱਜ ਦਾ ਵਿਗਿਆਨ ਨੂੰ ਪੁੱਛਿਓ, ਕਹਿੰਦਾ ਇਹ ਤਾਰਾ ਕੋਈ ਮਾਮੂਲੀ ਚੀਜ਼ ਨਹੀਂ ਹੈ, ਸਾਡੀ ਧਰਤੀ ਵਰਗਾ ਕੋਈ ਗ੍ਰਹਿ ਸੀ, ਬਹੁਤ ਵੱਡਾ, ਸਾਡੀ ਧਰਤੀ ਤੋਂ ਵੱਡਾ। ਤੇ ਹਰ ਗ੍ਰਹਿ ਦੀ, ਹਰ ਪਿੰਡ ਦੀ ਮੰਡਲ ਵਿੱਚ ਕੋਈ ਨਾ ਕੋਈ ਸਪੀਡ, ਕੋਈ ਨਾ ਕੋਈ ਤੈਅ, ਕੋਈ ਨਾ ਕੋਈ ਸੈਂਟਰ ਨਿਯਤ ਕੀਤਾ ਪ੍ਰਕਿਰਤੀ ਨੇ। ਜਦੋਂ ਕੋਈ ਗ੍ਰਹਿ, ਜਦੋਂ ਕੋਈ ਧਰਤੀ, ਜਦੋਂ ਕੋਈ ਸੂਰਜ ਆਪਣੇ ਉਸ ਨਿਯਤ ਚਾਲ ਤੋਂ, ਆਪਣੇ ਧੁਰੇ ਤੋਂ ਅੱਗੇ ਪਿੱਛੇ ਹੁੰਦਾ, ਉਹ ਬਰਬਾਦ ਹੋ ਜਾਂਦਾ। ਇਹ ਬ੍ਰਹਿਮੰਡ ਦਾ ਇੱਕ ਨਿਯਮ ਹੈ। ਆਪਣੀਆਂ ਮਸ਼ੀਨਾਂ ਨੇ, ਇੰਡਸਟਰੀ ਹੈ, ਉਹਦੇ 'ਚ ਆਪਾਂ ਦੇਖਦੇ ਕਈ ਗਰਾਰੀਆਂ ਹੁੰਦੀਆਂ ਨੇ, ਕਈ ਪੁਰਜੇ ਹੁੰਦੇ ਨੇ। ਹਰ ਗਰਾਰੀ ਦੀ ਇੰਜੀਨੀਅਰ ਨੇ ਚਾਲ ਤੈਅ ਕੀਤੀ ਹੋਈ ਹੈ। ਜਦੋਂ ਉਹ ਵੱਧ ਘੱਟ ਹੁੰਦੀ ਹੈ, ਉਹ ਟੁੱਟ ਜਾਂਦੀ, ਹੋਰ ਵੀ ਨੁਕਸਾਨ ਕਰਦੀ ਹੈ। ਮਨੁੱਖ ਦੀ ਜ਼ਿੰਦਗੀ ਦੀ ਵੀ ਕੋਈ ਚਾਲ ਹੋਣੀ ਚਾਹੀਦੀ ਹੈ। ਆਮ ਜਿਹੀ ਗੱਲ ਹੈ, ਤੁਸੀਂ ਆਪਣਾ ਉੱਠਣ ਦਾ ਹੀ ਇੱਕ ਟਾਈਮ ਨਿਯਤ ਕਰ ਲਓ। ਰੋਜ਼ ਉਸ ਟਾਈਮ ਤੇ ਉੱਠੋਗੇ ਨਾ, ਤੁਹਾਡੀ ਜ਼ਿੰਦਗੀ ਸਵਰਨੀ ਸ਼ੁਰੂ ਹੋ ਜਾਏਗੀ। ਉਹ ਖਾਣ ਦਾ ਸਿਸਟਮ ਬਣਾ ਲਓ ਕਿ ਇਹ ਚੀਜ਼ ਖਾਣੀ ਹੈ। ਖਾਣ ਦੇ ਸਿਸਟਮ ਨੂੰ ਸੁਧਾਰ ਲਓ, ਖੁਸ਼ੀ ਮਿਲਣੀ ਸ਼ੁਰੂ ਹੋ ਜਾਏਗੀ। ਅਰਲੀ ਉੱਠਣ ਦਾ ਯਤਨ ਕਰੋ, ਕੁਝ ਐਕਸਰਸਾਈਜ਼ ਰੋਜ਼ ਕਰਨੀ ਸ਼ੁਰੂ ਕਰ ਦਿਓ ਕਿ ਆਪਾਂ ਰੋਜ਼ ਐਕਸਰਸਾਈਜ਼ ਕਰਨੀ ਹੈ।
ਤੁਹਾਨੂੰ ਜ਼ਿੰਦਗੀ ਚੋਂ ਚਾਹ ਪੈਦਾ ਹੋਣਾ ਸ਼ੁਰੂ ਹੋ ਜਾਏਗਾ, ਤੁਹਾਡਾ ਸਰੀਰ ਹੌਲਾ ਫੁੱਲ ਹੋਣਾ ਸ਼ੁਰੂ ਹੋ ਜਾਏਗਾ। ਇਹੀ ਤੇ ਆਨੰਦ ਮਾਣਨ ਦੀ ਜੁਗਤ ਹੈ। ਆਨੰਦ ਕੋਈ ਪਹਾੜਾਂ 'ਚ ਨਹੀਂ ਜਾ ਕੇ ਮਿਲਦਾ ਕਿ ਵੱਖਰੇ ਜਾ ਕੇ ਬੈਠੀਏ ਮਿਲੇਗਾ। ਆਨੰਦ ਕੋਈ ਦੁਨੀਆ ਨੂੰ, ਪਰਿਵਾਰ ਨੂੰ ਛੱਡ ਕੇ ਨਹੀਂ। ਜਿੱਥੇ ਵੀ ਸਾਨੂੰ ਵਾਹਿਗੁਰੂ ਜੀ ਨੇ ਨਿਯਤ ਕੀਤਾ ਹੈ, ਉੱਥੇ ਅਸੀਂ ਆਪਣੀ ਜੀਵਨ ਦੀ ਕੋਈ ਮਰਜ਼ਾਦਾ ਕਾਇਮ ਕਰ ਲਈਏ, ਕੋਈ ਸਿਸਟਮ ਬਣਾ ਲਈਏ ਆਪਣੇ ਜੀਵਨ ਦਾ, ਵਧੀਆ ਸਿਸਟਮ ਅਪਣਾਈਏ ਕਿ ਸਵੇਰੇ ਉੱਠਣਾ, ਵਾਹਿਗੁਰੂ ਜੀ ਦਾ ਧੰਨਵਾਦ ਰੋਜ਼ ਕਰਨਾ, ਸਵੇਰੇ ਉੱਠਣਾ, ਕੋਈ ਸੈਰ ਕਰਨੀ, ਕੋਈ ਵਰਜਿਸ਼ ਰੋਜ਼ ਕਰਨੀ ਹੈ, ਇਹ ਨਿਯਮ ਬਣਾ ਲਈਏ। ਸਵੇਰੇ ਉੱਠਣਾ ਤੇ ਵਾਹਿਗੁਰੂ ਜੀ ਦਾ ਧੰਨਵਾਦ ਕਰਕੇ ਗੁਰੂ ਕੀ ਬਾਣੀ ਜ਼ਰੂਰ ਪੜ੍ਹਨੀ ਹੈ। ਤੁਸੀਂ ਕੁਝ ਦਿਨ ਕਰੋਗੇ ਤੇ ਤੁਹਾਨੂੰ ਜੀਵਨ 'ਚੋਂ ਆਨੰਦ ਆਉਣਾ ਸ਼ੁਰੂ ਹੋ ਜਾਏਗਾ। ਬਸ ਸਹਿਜੇ ਸਹਿਜੇ ਜਦੋਂ ਅਸੀਂ ਆਪਣੇ ਜੀਵਨ ਦਾ ਪੱਧਰ ਸਵਾਰਨਾ ਸ਼ੁਰੂ ਕਰ ਦੇਵਾਂਗੇ, ਜੀਉਣ ਦਾ ਢੰਗ ਵਧੀਆ ਬਣਾਉਣਾ ਸ਼ੁਰੂ ਕਰ ਦੇਵਾਂਗੇ। ਵਧੀਆ ਦੇਖੋ, ਜੀਉਣ ਦਾ ਢੰਗ ਤੇ ਮਾੜੇ ਲੋਕਾਂ ਕੋਲ ਵੀ ਹੈ, ਪਰ ਇੱਥੇ ਸਤਿਗੁਰੂ ਜੀ ਨੇ ਕਿਹਾ ਇੱਕ ਵਧੀਆ ਜੀਵਨ ਢੰਗ, ਖਾਣ ਦਾ ਸਿਸਟਮ ਸਾਡਾ ਵਧੀਆ ਹੋਏ ਕਿ ਸਰੀਰ ਨੂੰ ਕੀ ਚਾਹੀਦਾ ਹੈ, ਤੰਦਰੁਸਤ, ਕੇਵਲ ਚਸਕਿਆਂ ਮਗਰ ਲੱਗ ਕੇ ਨਾ ਖਾਈਏ। ਸਰੀਰ ਨੂੰ ਕੀ ਚਾਹੀਦਾ, ਸਰੀਰ ਤੰਦਰੁਸਤ ਕਿਵੇਂ ਰਹਿੰਦਾ ਹੈ, ਬਿਲਕੁਲ ਇਦਾਂ। ਜਿੱਥੇ ਆਪਣੇ ਜੀਵਨ ਦਾ ਢੰਗ ਨਿੱਜੀ ਵਧੀਆ ਬਣਾਉਣਾ, ਉੱਥੇ ਸਮਾਜ ਨੂੰ ਵਧੀਆ ਬਣਾਉਣ ਦਾ ਯਤਨ ਕਰੀਏ। ਜਿੰਨਾ ਅਸੀਂ ਸਹਿਜੇ ਸਹਿਜੇ ਨਿੱਕੇ ਨਿੱਕੇ ਕੰਮ ਸਮਾਜ ਲਈ ਕਰਨੇ ਸ਼ੁਰੂ ਕਰਾਂਗੇ, ਸਾਡੇ ਵੱਲ ਦੇਖ ਕੇ ਹੋਰ ਕਰਨੇ ਸ਼ੁਰੂ ਕਰਨਗੇ, ਸਾਡਾ ਸਮਾਜ ਵਧੀਆ ਬਣ ਜਾਏਗਾ। ਕੁਝ ਤੇ ਆਪਾਂ ਕਦਮ ਤੁਰੀਏ ਅੱਗੇ। ਜਦੋਂ ਅਸੀਂ ਆਪਣੇ ਆਪ ਨੂੰ ਸਵਾਰਨ ਵਾਲੇ ਬੰਨੇ, ਸਾਨੂੰ ਸਵਾਰਨ ਦੇ ਲਈ ਤੇ ਗੁਰੂ ਕੀ ਬਾਣੀ ਨੇ ਬਹੁਤ ਗਿਆਨ ਦਿੱਤਾ ਹੈ। ਸਾਡੀ ਇਹ ਖੁਸ਼ਕਿਸਮਤੀ ਨਹੀਂ ਹੈ ਕਿ ਅਸੀਂ ਤੇ ਗੁਰੂ ਕੀ ਬਾਣੀ ਨੂੰ ਵੀ ਉਹਨਾਂ ਲੋਕਾਂ ਵਾਂਗੂ ਪੜ੍ਹਦੇ ਹਾਂ। ਜਿਵੇਂ ਕਿਸੇ ਨੇ ਕਿਹਾ ਜੀ ਆਹ ਮੰਤਰ 31 ਦਿਨ ਪੜ੍ਹ ਲਓ, ਅਸੀਂ ਕਹਿੰਦੇ ਜਪਜੀ ਸਾਹਿਬ 31 ਦਿਨ ਪੜ੍ਹ ਲਓ। ਇਹ ਤੇ ਚੰਗੀ ਗੱਲ ਹੈ, ਜਪਜੀ ਸਾਹਿਬ ਪੜ੍ਹਦੇ ਹਾਂ, ਪਰ ਉਹਨਾਂ ਮੰਤਰਾਂ ਵਾਂਗੂ ਨਹੀਂ ਪੜ੍ਹਨਾ ਕਿ ਜਿਵੇਂ ਕਿਸੇ ਸਾਧ ਨੇ ਮੰਤਰ ਦਿੱਤਾ, ਆਹ ਸ਼ਬਦ ਪੜ੍ਹ ਲਓ ਤੁਹਾਨੂੰ ਆਹ ਮਿਲ ਜਾਏਗਾ, ਕੋਈ ਕਿ ਜੀ ਜਪਜੀ ਸਾਹਿਬ ਪੜ੍ਹ ਲਓ ਤੁਹਾਨੂੰ ਆਹ ਮਿਲ ਜਾਏਗਾ। ਗੁਰਬਾਣੀ ਇਸ ਲਈ ਨਹੀਂ ਸੀ। ਗੁਰਬਾਣੀ ਤੇ ਜ਼ਿੰਦਗੀ 'ਚ ਪ੍ਰਮਾਤਮਾ ਬਣ ਲਈ ਸੀ, ਕੁਝ ਲੈਣ ਲਈ ਨਹੀਂ ਸੀ। ਗੁਰਬਾਣੀ ਤੇ ਜ਼ਿੰਦਗੀ ਨੂੰ ਸਵਾਰ ਕੇ ਆਨੰਦ ਦੇ ਸਮੁੰਦਰ 'ਚ ਤਾਰੀਆਂ ਲਾਉਣ ਲਈ ਸੀ। ਗੁਰਬਾਣੀ ਕੁਝ ਇਹ ਨਹੀਂ ਜੀ ਮੇਰਾ ਕਾਰੋਬਾਰ ਨਹੀਂ ਚੱਲਦਾ, ਇੰਨੇ ਪਾਠ ਕਰ ਲਓ ਚੱਲ ਪਏਗਾ, ਚੰਗੀ ਗੱਲ ਹੈ, ਪਰ ਇੱਥੇ ਤੱਕ ਹੀ ਥੋੜੋ ਗੁਰਬਾਣੀ ਹੈ ਜਿੱਥੋਂ ਤੱਕ ਅਸੀਂ ਸਮਝ ਲਈ। ਅਸੀਂ ਤੇ ਗੁਰਬਾਣੀ ਦੀ ਮਹਾਨਤਾ ਨੂੰ ਜਾਣ ਹੀ ਨਹੀਂ ਸਕੇ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਪੜ੍ਹੀਏ, ਇਕੱਲੇ ਜਪਜੀ ਸਾਹਿਬ ਜੀ ਨੂੰ ਲੈ ਲਈਏ। ਜਪਜੀ ਸਾਹਿਬ ਜੀ ਦੀ ਉਹ ਪਵਿੱਤਰ ਬਾਣੀ ਹੈ, ਜੇ ਤੁਸੀਂ ਆਪਣੀ ਸੁਰਤ ਨੂੰ ਜੋੜੋਗੇ, ਪਰਮਾਤਮਾ ਦੇ ਦੀਦਾਰ ਕਰਦਿਆਂ ਆਰੰਭ ਕਰੋਗੇ, ਮੂਲ ਮੰਤਰ ਤੋਂ ਬਾਅਦ ਜਪ ਆਦ ਸੱਚ ਜੁਗਾਦ ਸੱਚ, ਉਹ ਕਰਮ ਕਾਂਡਾਂ ਦੀ ਜਿਹੜੇ ਦੁਨੀਆ 'ਚ ਹੋ ਰਹੇ ਨੇ ਉਹਦੀ ਚਰਚਾ ਕੀਤੀ ਸਤਿਗੁਰੂ ਜੀ ਨੇ ਕਿ ਸੋਚ ਸੰਜਮ ਨਾਲ ਕੁਝ ਨਹੀਂ ਬਣਨਾ, ਮੋਨੀ ਰਿਆਂ ਕੁਝ ਨਹੀਂ ਬਣਨਾ, ਐਵੇਂ ਵਰਤ ਰੱਖਿਆ ਭੁੱਖੇ ਰਿਆਂ ਕੁਝ ਨਹੀਂ ਬਣਨਾ, ਜਿੱਧਰ ਮਰਜ਼ੀ ਚੱਲ ਜਾ, ਹੋਰ ਸਿਆਣਪਾਂ ਨਾਲ ਕੁਝ ਨਹੀਂ ਬਣਨਾ। ਤੇ ਸਤਿਗੁਰੂ ਜੀ ਕਹਿੰਦੇ ਬਣਨਾ ਕਿਵੇਂ, ਹੁਕਮ ਰਜਾਈ ਚੱਲਣਾ। ਉਹ ਹੁਣ ਹੁਕਮ ਕੀ ਹੈ, ਹੁਕਮ ਦੀ ਸੋਝੀ ਦਿੱਤੀ ਹੈ, ਹੁਕਮ ਨੂੰ ਮੰਨਣਾ ਕਿਵੇਂ ਹੈ, ਹੁਕਮ ਤੇ ਚੱਲਣ ਵਾਲਿਆਂ ਦੀ ਜ਼ਿੰਦਗੀ ਕਿਹੋ ਜਿਹੀ ਬਣ ਜਾਂਦੀ। ਲੜੀਦਾਰ ਪੜਾਅ ਦਰ ਪੜਾਅ, ਪੌੜੀ ਦਰ ਪੌੜੀ ਸਤਿਗੁਰੂ ਜੀ ਨੇ ਇਹਨਾਂ ਕਰਮ ਕਾਂਡਾਂ ਤੋਂ ਗੱਲ ਆਰੰਭ ਕਰਕੇ ਸਾਡੀ ਸੁਰਤ ਨੂੰ ਉੱਥੇ ਪਹੁੰਚਾਤਾ ਜਿੱਥੇ ਸੱਚ ਖੰਡ ਵਸੈ ਨਿਰੰਕਾਰ। ਰੋਜ਼ ਜੇ ਸਾਡੀ ਸੁਰਤ ਜੁੜ ਜਾਏ, ਸਾਡੀ ਸੁਰਤ ਇਹ ਯਾਤਰਾ ਕਰੇ ਇਹਨਾਂ ਪੌੜੀਆਂ ਦੇ ਰਾਹੀਂ, ਪੌੜੀ ਦਰ ਪੌੜੀ ਉੱਚੀ ਉੱਠੇ, ਕਿਉਂ ਨਹੀਂ ਜ਼ਿੰਦਗੀ 'ਚ ਆਨੰਦ ਆਏਗਾ। ਲੇਕਿਨ ਮਸਲਾ ਤੇ ਇਹੀ ਹੈ ਨਾ ਕਿ ਅਸੀਂ ਪੜ੍ਹਦੇ ਹਾਂ, ਬਹੁਤੇ ਤੇ ਇਸ ਕਰਕੇ ਪੜ੍ਹਦੇ ਹਾਂ ਕਿ ਚਲੋ ਇੰਨੇ ਦਿਨ ਪਾਠ ਕਰ ਲਓ, ਸਾਡੀ ਆ ਕਾਮਨਾ ਪੂਰੀ ਹੋ ਜਾਏਗੀ, ਇੰਨੇ ਦਿਨ ਫਲਾਣੇ ਥਾਂ ਮੱਥਾ ਟੇਕ ਲਓ, 41 ਦਿਨ ਮੱਥਾ ਟੇਕ ਲਓ, ਨੰਗੇ ਪੈਰੀ ਮੱਥਾ ਟੇਕ ਲਓ, ਕਾਮਨਾ ਪੂਰੀ ਹੋ ਜਾਏਗੀ। ਚਲੋ ਭਾਈ, ਵਾੜੀ ਗੱਲ ਨਹੀਂ ਹੈ ਮੱਥਾ ਟੇਕਣਾ, ਪਰ ਮਸਲਾ ਹੈ ਕਿ ਗੁਰਬਾਣੀ ਸਾਨੂੰ ਉਸ ਪਰਮਾਤਮਾ 'ਚ ਲਿਵਲੀਨ ਕਰਨਾ ਚਾਹੁੰਦੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਅੱਜ ਦਾ ਮੁੱਖ ਵਾਕ ਆਪ ਜੀ ਸਰਵਣ ਕਰ ਰਹੇ ਹੋ, ਜਿਹਦੇ ਰਾਹੀਂ ਸਤਿਗੁਰੂ ਜੀ ਨੇ ਗੱਲ ਕੀਤੀ ਕਿ ਜ਼ਿੰਦਗੀ 'ਚ ਆਨੰਦ ਆਇਆ, ਪਰ ਆਇਆ ਕਿਵੇਂ। 12 ਮਾਹ ਦੀ ਪਵਿੱਤਰ ਬਾਣੀ ਹੈ ਨਾ, ਉਹਦੀ 52 ਪੌੜੀ ਜਿੱਥੇ ਕਹਿੰਦੇ ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ, ਸੇ ਸੁਹਾਵੀ ਸਰਬ ਸੁਖ। ਹੁਣ ਦੁੱਖਾਂ ਨਾ ਹੀ ਜਾਏ, ਹੁਣ ਜ਼ਿੰਦਗੀ 'ਚ ਦੁੱਖ ਆ ਹੀ ਨਹੀਂ ਸਕਦਾ। ਮੇਰੀ ਸੇਜ ਸੁਹਾਵਣੀ ਹੋ ਗਈ, ਸੇਜ ਦਾ ਅਰਥ ਹੈ ਮੇਰਾ ਹਿਰਦਾ, ਮੇਰਾ ਮਨ ਸੋਹਣਾ ਬਣ ਗਿਆ। ਇਹ ਹਿਰਦਾ ਸਾਡੀ ਸੇਜ ਹੈ ਜਿੱਥੇ ਪ੍ਰਮਾਤਮਾ ਨੇ ਬਿਰਾਜਣਾ ਹੈ। ਹੁਣ ਜਿਹਦੀ ਸੇਜ ਹੀ ਗੰਦੀ ਹੋਏਗੀ, ਅਸੀਂ ਰਾਤ ਨੂੰ ਸੌਂਦੇ ਆ ਨਾ, ਚਾਦਰ ਠੀਕ ਢੰਗ ਨਾਲ ਨਾ ਵਿਛੀ ਹੋਏ, ਉੱਤੇ ਗੰਦਗੀ ਪਈ ਹੋਏ, ਖਲਾਰਾ ਪਿਆ ਹੋਏ, ਐਵੇਂ ਚੀਜ਼ਾਂ, ਉੱਥੇ ਆਪਾਂ ਸੌਂ ਜਾਵਾਂਗੇ ਕਿਤੇ, ਬੈਠ ਜਾਵਾਂਗੇ ਕਿਤੇ। ਆਪਾਂ ਕਹਿੰਦੇ ਪਹਿਲਾਂ ਚਾਦਰ ਝਾੜੋ, ਸਾਫ਼ ਕਰੋ, ਕਮਰਾ ਸਾਫ਼ ਕਰੋ, ਨੀਂਦ ਨਹੀਂ ਆਉਣੀ ਇੱਥੇ ਏਦਾਂ। ਤੇ ਜਿਸ ਹਿਰਦੇ 'ਚ ਪ੍ਰਮਾਤਮਾ ਨੇ ਬੈਠਣਾ, ਉੱਥੇ ਕੂੜਾ ਕਰਕਟ ਭਰਿਆ ਪਿਆ, ਉੱਥੇ ਈਰਖਾ ਹੈ, ਲੋਭ ਹੈ, ਕ੍ਰੋਧ ਹੈ, ਹੰਕਾਰ ਹੈ, ਤੇ ਅਸੀਂ ਕਹਿੰਦੇ ਪ੍ਰਮਾਤਮਾ ਜੀ ਆ ਜਾਓ। ਪ੍ਰਮਾਤਮਾ ਕਿੱਥੇ ਆਏਗਾ? ਪ੍ਰਮਾਤਮਾ ਨੂੰ ਬੁਲਾਉਣ ਦੀ ਲੋੜ ਨਹੀਂ ਹੈ, ਆਪਣੇ ਹਿਰਦੇ ਨੂੰ ਸਵਾਰ ਲਓ, ਪ੍ਰਮਾਤਮਾ ਨੇ ਤੇ ਆਉਣਾ ਹੀ ਆਉਣਾ ਹੈ। ਪ੍ਰਮਾਤਮਾ ਨੂੰ ਤੇ ਹਿਰਦਿਆਂ ਦੀ ਲੋੜ ਹੈ, ਪ੍ਰਮਾਤਮਾ ਨੂੰ ਤੇ ਲੋੜ ਹੈ।
ਸਿਰਫ ਆਪਣੇ ਹਿਰਦੇ ਨੂੰ ਸਵਾਰ ਲਓ। ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੈ, ਸਭ ਜਗ ਤੇਰਾ ਹੋਏ। ਆਪ ਸਵਾਰਣੇ। ਗੁਰਬਾਣੀ ਸਾਨੂੰ ਘਰ ਛੱਡਣ ਲਈ ਨਹੀਂ, ਗੁਰਬਾਣੀ ਸਾਨੂੰ ਇੱਧਰ ਉੱਧਰ ਨਹਾਉਣ ਧੋਣ ਲਈ ਨਹੀਂ, ਗੁਰਬਾਣੀ ਸਾਨੂੰ ਸਰੀਰ ਨੂੰ ਕਸ਼ਟ ਦੇਣ ਲਈ ਨਹੀਂ, ਗੁਰਬਾਣੀ ਸਿਰਫ ਸਾਨੂੰ ਆਪ ਸਵਾਰਨ ਦੀ ਪ੍ਰੇਰਣਾ ਦਿੰਦੀ ਹੈ। ਔਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆਨੰਦ ਬਣਿਆ, ਪਰ ਕਦੋਂ ਬਣਿਆ, ਕਿਵੇਂ ਬਣਿਆ? ਆਓ ਗੁਰੂ ਕੇ ਇਹ ਅੰਮ੍ਰਿਤ ਬਚਨ ਮਿਲ ਕੇ ਵਿਚਾਰੀਏ, ਸਤਿਗੁਰੂ ਜੀ ਦੇ ਪਿਆਰ 'ਚ ਜੁੜਦੇ ਹਾਂ, ਮਨ ਬਿਰਤੀਆਂ ਨੂੰ ਇਕਾਗਰ ਕਰਨ ਹਿਤ ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਪੰਜਵਾਂ। ਗਾਇਓ ਰੀ ਮੈਂ ਗੁਣ ਨਿਧ ਮੰਗਲ ਗਾਇਓ। ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਇਹ ਪਾਵਨ ਬਚਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1206 ਤੇ ਅੰਕਿਤ ਹਨ। ਸਤਿਗੁਰੂ ਜੀ ਕਹਿੰਦੇ ਗਾਇਓ ਰੀ ਮੈਂ ਗੁਣ ਨਿਧ ਮੰਗਲ ਗਾਇਓ। ਰੀ ਲਫ਼ਜ਼ ਜਿਹੜਾ ਇਸਤਰੀ ਵਾਚਕ ਲਫ਼ਜ਼ ਹੈ। ਜਗਿਆਸੂ ਨੂੰ ਸਤਿਗੁਰੂ ਜੀ ਨੇ ਇਸਤਰੀ ਕਿਹਾ ਹੈ, ਪਰਮਾਤਮਾ ਨੂੰ ਪਤੀ ਕਿਹਾ ਹੈ। ਇਹ ਭੈਣੇ ਮੈਂ ਉਹ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਜੀ ਦੇ ਮੰਗਲ ਗਾ ਰਿਹਾ। ਮੰਗਲ ਦਾ ਅਰਥ ਹੁੰਦਾ ਖੁਸ਼ੀਆਂ ਦੇ ਗੀਤ। ਮੈਂ ਉਸ ਪਰਮਾਤਮਾ ਦੇ ਜੋ ਗੁਣਾਂ ਦਾ ਖਜ਼ਾਨਾ ਹੈ ਉਹਦੀ ਸਿਫਤ ਸਲਾਹ ਕਰ ਰਿਹਾ, ਉਹਦੇ ਗੀਤ ਗਾ ਰਿਹਾ ਹਾਂ, ਉਹਦੀ ਕੀਰਤੀ ਕਰ ਰਿਹਾ ਹਾਂ। ਭਲੇ ਸੰਜੋਗ ਭਲੇ ਦਿਨ ਅਵਸਰ ਜੋ ਗੋਪਾਲ ਰਿਝਾਇਓ। ਮੈਂ ਉਹਦੇ ਗੀਤ ਇਸ ਲਈ ਗਾ ਰਿਹਾ ਕਿ ਪ੍ਰਮਾਤਮਾ ਮੇਰੇ ਤੇ ਤਰੁੱਠ ਪਿਆ, ਪ੍ਰਸੰਨ ਹੋ ਗਿਆ ਹੈ। ਉਹ ਵਾਹਿਗੁਰੂ ਜੀ ਮੇਰੇ ਤੇ ਰੀਝ ਪਿਆ। ਹੁਣ ਜਦੋਂ ਵਾਹਿਗੁਰੂ ਜੀ ਰੀਝ ਜਾਏ, ਪ੍ਰਗਟ ਹੋ ਜਾਏ, ਮਿਲ ਸਈਆ ਮੰਗਲ ਗਾਵੇ ਗੀਤ ਗੋਬਿੰਦ ਅਲਾਏ, ਫਿਰ ਤੇ ਚਾਅ ਜਾਗਦੇ ਹੀ ਨਾ। ਜਦੋਂ ਕੋਈ ਸਾਡਾ ਪਿਆਰਾ ਸੱਜਣ ਸਾਡੇ ਘਰ ਆ ਜਾਏ ਤੇ ਅਸੀਂ ਫਿਰ ਉਹਦੀ ਉਸਤਤ ਕਰਦੇ ਹਾਂ, ਖੁਸ਼ੀ ਪ੍ਰਗਟ ਕਰਦੇ ਹਾਂ, ਆਪਾਂ ਉਹਦੀ ਕੀਰਤੀ ਕਰਦੇ ਹਾਂ। ਉਹ ਵਾਹਿਗੁਰੂ ਜੀ ਮੇਰੇ ਤੇ ਰੀਝ ਪਿਆ, ਮੈਂ ਉਹਦੇ ਗੁਣ ਗਾ ਰਿਹਾ, ਉਹਦੀ ਮੈਂ ਕੀਰਤੀ ਕਰ ਰਿਹਾ। ਕਹਿੰਦੇ ਮੇਰੀ ਜ਼ਿੰਦਗੀ 'ਚ ਤਾਂ ਉਹ ਵੇਲਾ ਭਲੇ ਸੰਜੋਗ ਭਲੇ ਦਿਨ ਅਵਸਰ। ਸੰਜੋਗ ਦਾ ਅਰਥ ਹੁੰਦਾ ਸਵੱਬ, ਜਿਹਦੇ ਰਾਹੀਂ ਸਾਡਾ ਮੇਲ ਹੋਇਆ ਉਹ ਸੰਜੋਗ ਸਵੱਬ ਭਲਾ ਹੈ, ਉਹ ਦਿਨ ਬੜਾ ਭਲਾ ਹੈ, ਉਹ ਅਵਸਰ ਬੜਾ ਭਲਾ ਹੈ ਜਦੋਂ ਮੇਰਾ ਉਹ ਪ੍ਰਮਾਤਮਾ ਮੇਰੇ ਤੇ ਤਰੁੱਠ ਪਿਆ। ਧਨ ਸੁਵੇਲਾ ਘੜੀ ਧਨ ਧਨ ਮੂਰਤ ਪਲਸਾਰ। ਗੁਰਬਾਣੀ ਅੰਦਰ ਸਤਿਗੁਰੂ ਜੀ ਨੇ ਕਿ ਭਲੇ ਦਿਨਸ ਭਲੇ ਸੰਜੋਗ ਜਿਤ ਭੇਟੇ ਪਾਰ ਬ੍ਰਹਮ ਨਰਜੋਗ। ਸਫਲ ਸੁਵੇਲਾ ਸਫਲ ਸੁ ਘੜੀ ਜਿਤ ਭੇਟੇ ਹਰ ਨਰ ਹਰੀ। ਉਹ ਘੜੀ ਉਹ ਵੇਲਾ ਉਹ ਧਨ ਘੜੀ ਧਨ ਹੈ ਜਦੋਂ ਉਸ ਵਾਹਿਗੁਰੂ ਜੀ ਨੂੰ ਭੇਟ ਲਿਆ ਸੀ, ਜਦੋਂ ਉਹਦੇ ਦੀਦਾਰ ਕਰ ਲਏ। ਕਿੰਨੀ ਭਾਗਾਂ ਵਾਲੀ ਉਹ ਘੜੀ ਹੈ। ਦੇਖੋ ਨਾ, ਇੱਕ ਦੁਨਿਆਵੀ ਖੁਸ਼ੀ ਮਿਲੇ ਤੇ ਅਸੀਂ ਕਹਿੰਦੇ ਹਾਂ ਬਹੁਤ ਵਧੀਆ ਮੌਕਾ ਵੀ ਸਾਡੀ ਜ਼ਿੰਦਗੀ 'ਚ, ਬੜਾ ਖੁਸ਼ੀ ਦਾ ਮੌਕਾ ਹੈ ਸਾਡੀ ਜ਼ਿੰਦਗੀ 'ਚ। ਸਾਨੂੰ ਕੋਈ ਸਾਡਾ ਆਪਣਾ ਮਿਲਿਆ ਹੈ, ਸਾਨੂੰ ਕੋਈ ਖੁਸ਼ੀ ਮਿਲੀ ਹੈ, ਸਾਡੀ ਮਨ ਦੀ ਰੀਝ ਪੂਰੀ ਹੋਈ ਹੈ। ਹੁਣ ਜਿਸ ਟਾਈਮ ਉਹ ਪਰਮਾਤਮਾ ਹੀ ਮਿਲ ਜਾਏ, ਉਹ ਘੜੀ ਕਿੰਨੀ ਕੁ ਭਾਗਾਂ ਵਾਲੀ ਹੋ ਗਈ। ਉਸ ਘੜੀ ਨੂੰ, ਸੁਲੱਖਣੀ ਨੂੰ, ਉਸ ਘੜੀ ਦੀ ਕੀਮਤ ਨੂੰ, ਵੈਲਿਊ ਨੂੰ ਅਸੀਂ ਤੇ ਬਿਆਨ ਹੀ ਨਹੀਂ ਕਰ ਸਕਦੇ। ਕਿੰਨੀ ਮਹਾਨ ਘੜੀ ਹੈ ਉਹ, ਜਦੋਂ ਸਾਨੂੰ ਉਹ ਸ੍ਰਿਸ਼ਟੀ ਦਾ ਮਾਲਕ ਵਾਹਿਗੁਰੂ ਜੀ ਮਿਲ ਪਏ, ਜਿਹਦੇ ਮਿਲਣੇ ਨਾਲ ਜ਼ਿੰਦਗੀ 'ਚ ਸੁੱਖ ਹੀ ਸੁੱਖ ਆ ਜਾਏ। ਸਤਿਗੁਰੂ ਜੀ ਕਹਿੰਦੇ ਉਹ ਭਲਾ ਸਵੱਬ ਹੈ, ਉਹ ਭਲਾ ਦਿਨ ਹੈ, ਉਹ ਘੜੀ ਧਨ ਹੈ, ਉਹ ਅਵਸਰ ਧਨ ਹੈ ਜਦੋਂ ਮੈਨੂੰ ਉਹ ਪਰਮਾਤਮਾ ਮਿਲ ਪਿਆ। ਤੇ ਹੁਣ ਤੇ ਭਾਈ ਮੈਂ ਉਸ ਪਰਮਾਤਮਾ ਦੇ ਹੀ ਗੁਣ ਗਾਉਂਦਾ, ਉਹਦੀ ਸਿਫਤ ਸਲਾਹੀ ਕਰਦਾ। ਹੁਣ ਉਸ ਪਰਮਾਤਮਾ ਦੇ ਨਾਲ ਸਾਂਝ ਬਣੀ ਕਿਵੇਂ? ਉਹ ਪਰਮਾਤਮਾ ਰੀਝਿਆ ਕਿਵੇਂ ਸਾਡੇ ਤੇ? ਕਿਉਂਕਿ ਪਰਮਾਤਮਾ ਦੀ ਪ੍ਰਸੰਨਤਾ ਲੈਣੀ ਹੈ, ਉਹਦੇ ਲਈ ਕੋਈ ਜੀਵਨ ਦਾ ਢੰਗ ਤਾਂ ਹੈ ਨਾ। ਅਸੀਂ ਦੁਨਿਆਵੀ ਤੌਰ ਤੇ ਕੋਈ ਕੰਮ ਕਰਨਾ ਹੋਏ ਨਾ, ਆਮ ਬੰਦਾ ਦੇਖੋ ਨਾ, ਦਫ਼ਤਰਾਂ 'ਚ ਆਮ ਅੱਗੇ ਕੰਮ ਕਰਨ ਵਾਲੇ ਨੇ, ਆਪਾਂ ਉਹਦਾ ਵੀ ਮੂਡ ਦੇਖਦੇ ਵੀ ਸਾਡਾ ਕੰਮ ਕਢਾ ਦੇਵੇਗਾ ਕਿ ਨਹੀਂ ਕਢਾਵੇਗਾ। ਅਫਸਰ ਕੋ ਜਾਂਦੇ ਆ, ਕਿਸੇ ਹੋਰ ਆਪਾਂ ਰੁਤਬੇ ਤੇ ਬੈਠੇ ਕੋ ਜਾਂਦੇ ਆ, ਆਪਾਂ ਕਹਿੰਦੇ ਥੋੜਾ ਖੁਸ਼ ਹੋਏਗਾ ਤਾਂ ਕੰਮ ਨਿਕਲਣਾ। ਉਹਨੂੰ ਖੁਸ਼ ਕਰਨ ਲਈ ਕਈ ਢੰਗ ਤਰੀਕੇ ਅਸੀਂ ਵਰਤਦੇ ਆ, ਆਪਣਾ ਜਾਣਾ ਆਉਣਾ ਸਵਾਰਦੇ। ਹੈਗਾ ਨਾ ਕੋਈ ਢੰਗ ਤਰੀਕਾ ਸਲੀਕਾ, ਕਿਤੇ ਉਹ ਕੰਮ ਕਰਾਉਣ ਦਾ ਹੈਗਾ ਤੇ ਹੈ ਨਾ। ਪਰਮਾਤਮਾ ਰੀਝੇ ਕਿਵੇਂ ਸਾਡੇ ਤੇ? ਪਹਿਲੀ ਗੱਲ, ਪਰਮਾਤਮਾ ਤੇ ਸਦਾ ਪ੍ਰਸੰਨ ਹੀ ਰਹਿੰਦਾ। ਪਰਮਾਤਮਾ ਸਦਾ ਹੀ ਹਰ ਮਨੁੱਖ ਦੀ, ਇਵੇਂ ਕਹਿ ਲਓ, ਸੁੱਖਾਂ ਦੀ ਗੱਲ ਲੋਚਦਾ ਹੈ।
ਪਰ ਅਸੀਂ ਉਹਦੀ ਪ੍ਰਸੰਨਤਾ ਦੇ ਪਾਤਰ ਕਿਵੇਂ ਬਣ ਸਕੀਏ, ਅਸੀਂ ਉਹਦੀ ਰਹਿਮਤ ਨੂੰ ਮਾਣ ਕਿਵੇਂ ਸਕੀਏ। ਸੂਰਜ ਹਰ ਵੇਲੇ ਚਾਨਣ ਸਾਰਿਆਂ ਨੂੰ ਦਿੰਦਾ ਹੈ, ਪਰ ਜ਼ਰੂਰੀ ਨਹੀਂ ਸਾਰੇ ਚਾਨਣ ਲੈਣ। ਹੁਣ ਡਾਕਟਰਾਂ ਨੂੰ ਪਤਾ ਕੀ ਕਹਿਣਾ ਪੈਂਦਾ, ਥੋੜਾ ਚਿਰ ਧੁੱਪ 'ਚ ਖਲੋਇਆ ਕਰੋ, ਜਾ ਕੇ 15-20 ਮਿੰਟ ਧੁੱਪ ਦੇ ਸਾਹਮਣੇ ਜਾਇਆ ਕਰੋ। ਸੂਰਜ ਤਾਂ ਧੁੱਪ ਦੇ ਰਿਹਾ, ਹੁਣ ਅਸੀਂ ਨਿਕਲਦੇ ਹੀ ਨਹੀਂ ਬਾਹਰ। ਅਸੀਂ ਕਦੇ ਚੜ੍ਹਦਾ ਸੂਰਜ ਹੀ ਨਹੀਂ ਦੇਖਿਆ, ਕਦੇ ਅਸੀਂ ਡੁੱਬਦਾ ਸੂਰਜ ਹੀ ਨਹੀਂ ਦੇਖਿਆ, ਅਸੀਂ ਕਦੀ ਉਸ ਰੰਗ ਨੂੰ, ਰਹੱਸ ਨੂੰ ਮਾਣਿਆ ਨਹੀਂ। ਚੜ੍ਹਦੇ ਸੂਰਜ ਦੀਆਂ ਕਿਰਨਾਂ ਕਦੀ ਸਾਡੀਆਂ ਅੱਖਾਂ 'ਚ ਪਈਆਂ ਨਹੀਂ, ਮੱਥੇ ਤੇ ਪਈਆਂ ਨਹੀਂ। ਸੂਰਜ ਦਾ ਥੋੜ੍ਹਾ ਕਸੂਰ ਹੈ। ਇਹ ਨਹੀਂ ਕਿ ਸੂਰਜ ਦੇਣਾ ਨਹੀਂ ਚਾਹੁੰਦਾ ਸਾਨੂੰ, ਇਹ ਨਹੀਂ ਕਿ ਸੂਰਜ ਸਾਨੂੰ ਧੁੱਪ ਨਹੀਂ ਜਾਂ ਵਿਟਾਮਿਨ ਡੀ ਦੇਣਾ ਨਹੀਂ ਚਾਹੁੰਦਾ, ਸੂਰਜ ਤਾਂ ਦੇ ਰਿਹਾ। ਲੇਕਿਨ ਅਸੀਂ ਲੁਕ ਗਏ, ਅਸੀਂ ਜੀਵਨ ਦਾ ਢੰਗ ਹੀ ਇਹੋ ਜਿਹਾ ਬਣਾ ਲਿਆ, ਘਰਾਂ ਚੋਂ ਹੀ ਨਹੀਂ ਬਾਹਰ ਨਿਕਲਦੇ, ਹਰ ਵੇਲੇ ਅੰਦਰ ਹੀ ਵੜੇ ਰਹਿੰਦੇ ਆ, ਜਾਂ ਕਿਤੇ ਨਾ ਕਿਤੇ ਅਸੀਂ ਅੰਦਰ ਵੜੇ ਰਹਿੰਦੇ ਹਾਂ। ਫਿਰ ਡਾਕਟਰ ਸਾਨੂੰ ਵਿਟਾਮਿਨ ਡੀ ਖਾਣ ਲਈ ਕਹਿੰਦੇ ਨੇ, ਪਰ ਸੂਰਜ ਤਾਂ ਮੁਫਤ ਦੇ ਰਿਹਾ, ਉਹ ਅਸੀਂ ਲੈ ਨਹੀਂ ਸਕਦੇ, ਕਿਉਂਕਿ ਸਾਡੇ ਜੀਵਨ ਦਾ ਪੱਧਰ ਇਹੋ ਜਿਹਾ ਬਣ ਗਿਆ। ਸਵਾਰਨਾ ਨਹੀਂ ਚਾਹੁੰਦੇ ਅਸੀਂ। ਇਹ ਨਹੀਂ ਕਿ ਜੇ 15-20 ਮਿੰਟ ਕਿਤੇ ਅਸੀਂ ਅੱਧਾ ਘੰਟਾ ਧੁੱਪ 'ਚ ਫੇਰ ਲਾਂਗੇ ਤੇ ਸਾਡੇ ਕੰਮਕਾਰ ਜਿਹੜੇ ਉਹ ਚੱਲਣਗੇ ਨਹੀਂ, ਉਹ ਤੇ ਚੱਲਣਗੇ। ਲੇਕਿਨ ਸਾਡੇ ਜੀਵਨ ਦਾ ਢੰਗ ਹੀ ਇਹੋ ਜਿਹਾ ਬਣ ਗਿਆ। ਇਹ ਨਹੀਂ ਕਿ ਕੁਝ ਚਿਰ ਅਸੀਂ ਆਹ ਜਿਹੜੀਆਂ ਪੱਖ ਵਾਲੀਆਂ ਚੀਜ਼ਾਂ ਨਹੀਂ ਖਾਵਾਂਗੇ ਤੇ ਅਸੀਂ ਜਿਉਂਦੇ ਨਹੀਂ ਰਵਾਂਗੇ, ਸਗੋਂ ਵਧੀਆ ਜੀਵਾਂਗੇ। ਪਰ ਸਾਡਾ ਢੰਗ ਇਹੋ ਜਿਹਾ ਬਣ ਗਿਆ ਕਿ ਅਸੀਂ ਰਹਿ ਹੀ ਨਹੀਂ ਸਕਦੇ। ਅਸੀਂ ਇੰਨੇ ਚਸਕਿਆਂ 'ਚ ਪੈ ਗਏ ਹਾਂ, ਜਾਂ ਇਹੋ ਜਿਹੇ ਸੁੱਖ ਰਹਿਣੇ ਹੋ ਗਏ ਹਾਂ। ਦੇਖੋ, ਦੁੱਖ ਜ਼ਿੰਦਗੀ 'ਚ ਕਦੀ ਨਹੀਂ ਆ ਸਕਦਾ। ਦੁੱਖ ਆਉਂਦਾ ਕਦੋਂ ਹੈ, ਜਦੋਂ ਅਸੀਂ ਸੋਚਦੇ ਕਿ ਇਸ ਤਰੀਕੇ ਨਾਲ ਸਾਨੂੰ ਸੁੱਖ ਮਿਲ ਜਾਏਗਾ, ਉਦੋਂ ਦੁੱਖ ਆਉਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਸੁੱਖਾਂ ਦੇ ਮਗਰ ਦੌੜਦੇ ਦੁੱਖ ਆਉਣਾ, ਉਦੋਂ ਸ਼ੁਰੂ ਹੋ ਜਾਂਦਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ, ਪਰਮਾਤਮਾ ਹਮੇਸ਼ਾ ਹੀ ਰੀਝਿਆ ਰਹਿੰਦਾ, ਪ੍ਰਸੰਨ ਰਹਿੰਦਾ, ਚਾਅ 'ਚ ਰਹਿੰਦਾ। ਸਤ ਸੁਹਾਣ ਸਦਾ ਮਨ ਚਾਓ, ਉਹ ਮਿਹਰਬਾਨ ਹੈ, ਉਹ ਸਦ ਬਖਸ਼ਿੰਦ ਹੈ। ਹੁਣ ਜੋ ਗੋਪਾਲ ਰੀਝਾਇਓ ਦਾ ਅਰਥ ਹੈ ਕਿ ਉਹ ਸਮਾਂ ਜਦੋਂ ਮੈਂ ਆਪਣੇ ਜੀਵਨ ਨੂੰ ਸਵਾਰ ਲਿਆ, ਮੈਂ ਵਾਹਿਗੁਰੂ ਜੀ ਦੀ ਉਸ ਪ੍ਰਸੰਨਤਾ ਦਾ ਪਾਤਰ ਬਣ ਗਿਆ। ਉਹ ਘੜੀ ਬੜੀ ਭਾਗਾਂ ਵਾਲੀ ਹੈ, ਬੜੀ ਹੀ ਵਧੀਆ ਘੜੀ ਹੈ। ਪਰ ਉਹ ਭਾਗਾਂ ਵਾਲੀ ਘੜੀ ਮਿਲੀ ਕਿਵੇਂ, ਜਾਂ ਮੈਂ ਆਪਣੇ ਜੀਵਨ ਨੂੰ ਸਵਾਰਿਆ ਕਿਵੇਂ। ਸਾਹਿਬ ਕਹਿੰਦੇ, ਸੰਤਹ ਚਰਨ ਮੋਰ ਲੋ ਮਾਥਾ। ਇੱਕ ਹੈ ਪਰਮਾਤਮਾ ਦਾ ਨਾਮ, ਤੇ ਇੱਕ ਹੈ ਪਰਮਾਤਮਾ ਦੀ ਵਿਚਾਰਧਾਰਾ ਵਾਲੇ ਲੋਕ, ਪਰਮਾਤਮਾ ਦੇ ਪਿਆਰ 'ਚ ਜੁੜੇ ਹੋਏ ਲੋਕ, ਜਿਨ੍ਹਾਂ ਨੇ ਜੀਵਨ ਢੰਗ ਸਵਾਰ ਲਿਆ। ਅਸੀਂ ਦੁਨੀਆ 'ਚ ਕੁਝ ਵੀ ਪ੍ਰਾਪਤ ਕਰਨੇ ਨਾ, ਜੇ ਡਾਕਟਰ ਬਣਨਾ ਹੈ ਤੇ ਅਸੀਂ ਮੈਡੀਕਲ ਕਾਲਜ ਨਾਲ ਜਾਂ ਜਿਹੜੇ ਡਾਕਟਰੀ ਲਾਈਨ ਨਾਲ ਜੁੜੇ ਲੋਕ ਨੇ ਉਹਨਾਂ ਦੇ ਨਾਲ ਮੇਲ ਜੋਲ ਬਣਾਵਾਂਗੇ, ਸਾਨੂੰ ਉੱਥੋਂ ਰਸਤਾ ਮਿਲੇਗਾ, ਉੱਥੋਂ ਸਾਨੂੰ ਗਿਆਨ ਮਿਲੇਗਾ। ਡਾਕਟਰ ਬਣਨ ਦੇ ਲਈ ਉਸ ਪੇਸ਼ੇ ਦੇ ਲੋਕਾਂ ਦੇ ਨਾਲ ਸਾਡਾ ਸੰਗ ਸਾਥ ਬਣਦਾ ਹੈ। ਰੋਜ਼ ਆਪਾਂ ਸਕੂਲ, ਕਾਲਜ, ਯੂਨੀਵਰਸਿਟੀ ਜਾਂਦੇ ਹਾਂ ਤੇ ਸਹਿਜੇ ਡਾਕਟਰ ਬਣਦੇ ਨੇ, ਬਹੁਤ ਡਾਕਟਰ ਬਣਦੇ ਨੇ ਮਿਹਨਤ ਕਰਕੇ, ਬਹੁਤ ਸਾਰੇ ਡਾਕਟਰ ਨੇ। ਇੰਜੀਨੀਅਰ ਬਣਨਾ ਹੈ ਤੇ ਉਸ ਪੇਸ਼ੇ ਦੇ ਲੋਕਾਂ ਦੇ ਕੋਲ ਬੈਠਣਾ ਪਏਗਾ, ਉਸ ਕਾਲਜ, ਯੂਨੀਵਰਸਿਟੀ ਜਾਣਾ ਪਏਗਾ। ਅਸੀਂ ਜ਼ਿੰਦਗੀ 'ਚ ਆਪਣਾ ਜੀਵਨ ਢੰਗ ਸਵਾਰਨਾ ਤੇ ਸਾਨੂੰ ਉਹਨਾਂ ਲੋਕਾਂ ਕੋਲ ਹੀ ਬੈਠਣਾ ਪਏਗਾ ਜਿਨ੍ਹਾਂ ਦੇ ਜੀਵਨ ਢੰਗ ਵਧੀਆ। ਹੁਣ ਅਸੀਂ ਚੋਰਾਂ ਕੋਲ ਬੈਠ ਕੇ ਤੇ ਆਨੰਦ ਨਹੀਂ ਨਾ ਮਾਣ ਸਕਦੇ। ਹੁਣ ਅਸੀਂ ਠੱਗਾਂ ਕੋਲ ਬੈਠ ਕੇ ਜਾਂ ਕਪਟੀਆਂ ਕੋਲ ਬੈਠ ਕੇ ਜਾਂ ਬੁਰਾਈਆਂ ਦੇ ਵਿੱਚ ਖਚਤ ਲੋਕਾਂ ਕੋਲ ਬੈਠ ਕੇ ਤੇ ਉਹ ਜੀਵਨ ਢੰਗ ਨਹੀਂ ਨਾ ਅਪਣਾ ਸਕਦੇ। ਇਹ ਕਦੀ ਥੋੜ੍ਹਾ ਹੋ ਸਕਦਾ। ਕੋਈ ਬੰਦੇ ਨੇ ਬਣਨਾ ਡਾਕਟਰ ਕਿ ਮੈਂ ਚੋਰਾਂ ਕੋਲ ਬੈਠਾ ਤੇ ਡਾਕਟਰ ਬਣ ਜਾਵਾਂ, ਕਿਵੇਂ ਬਣ ਜਾਏਗਾ? ਜੋ ਤੁਸੀਂ ਬਣਨਾ ਉਸ ਵਿਚਾਰਧਾਰਾ ਵਾਲੇ ਲੋਕਾਂ ਦੇ ਨਾਲ ਤੁਹਾਨੂੰ ਸਾਂਝ ਪਾਉਣੀ ਪਏਗੀ। ਤੁਸੀਂ ਆਪਣੇ ਜੀਵਨ ਢੰਗ ਨੂੰ ਸਵਾਰ ਕੇ ਉਸ ਆਨੰਦ ਸਰੂਪ ਪਰਮਾਤਮਾ 'ਚ ਲਿਵਲੀਨ ਹੋਣਾ ਹੈ, ਤੇ ਜਿਹੜੇ ਲਿਵਲੀਨ ਹੋ ਗਏ ਨੇ ਉਹਨਾਂ ਦਾ ਸੰਗ ਸਾਥ ਮੰਨਣਾ ਪਏਗਾ, ਉਹਨਾਂ ਦੀ ਸੰਗਤ ਵਿੱਚ ਆਉਣਾ ਪਏਗਾ। ਉਸ ਵਿਚਾਰਧਾਰਾ ਵਾਲੇ ਲੋਕਾਂ ਨੂੰ ਸਤਿਗੁਰੂ ਜੀ ਨੇ ਕਿਹਾ ਸੰਤ। ਸੰਤ ਕਿਸੇ ਲਿਬਾਸ ਨੂੰ ਨਹੀਂ ਕਿਹਾ, ਕਿਸੇ ਭੇਖ ਨੂੰ ਨਹੀਂ ਕਿਹਾ, ਕਿਸੇ ਮਨੁੱਖ ਨੂੰ ਨਹੀਂ ਕਿਹਾ। ਸੰਤ ਦਾ ਅਰਥ ਹੈ ਜਿਹੜੇ ਅੰਦਰੋਂ ਸੱਚ ਦੇ ਧਾਰਨੀ ਬਣ ਗਏ, ਜਿਹੜੇ ਸੱਚ ਵਿੱਚ ਲਿਵਲੀਨ ਹੋ ਗਏ, ਜਿਨ੍ਹਾਂ ਦੀ ਰਸਨਾ ਤੇ ਸੱਚ ਹੈ, ਜਿਹੜੇ ਅੱਖਾਂ ਨਾਲ ਸੱਚ ਦੇਖਦੇ ਨੇ, ਜਿਹੜੇ ਕੰਨਾਂ ਨਾਲ ਸੱਚ ਸੁਣਦੇ ਨੇ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੈ ਏਕ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਜਿਹੜੇ ਸੱਚ ਤੋਂ ਬਿਨਾਂ ਹੋਰ ਕੁਝ ਨਹੀਂ ਸੁਣਨਾ ਚਾਹੁੰਦੇ। ਗੁਰਬਾਣੀ 'ਚ ਸਤਿਗੁਰੂ ਜੀ ਨੇ ਸਤ ਸੰਗਤ ਦੀ, ਸੰਤ ਦੀ ਬਹੁਤ ਵਡਿਆਈ ਕੀਤੀ ਹੈ। ਔਰ ਸੰਤ ਬਹੁਤ ਪੂਜਨੀਕ ਹੈ, ਰੱਬ ਦਾ ਰੂਪ ਹੈ। ਪਰ ਸੰਤ ਦੀ ਡੈਫੀਨੇਸ਼ਨ ਦੱਸੀ ਹੈ, ਕਿਉਂਕਿ ਨਕਲੀ ਚੀਜ਼ਾਂ ਬਹੁਤ ਵਿਕਦੀਆਂ ਨੇ। ਖਾਸ ਕਰਕੇ ਧਰਮ ਦੀ ਦੁਨੀਆ 'ਚ ਨਕਲ ਪ੍ਰਚਲਿਤ ਬੜੀ ਜਲਦੀ ਹੁੰਦੀ ਹੈ, ਨਕਲੀਆਂ ਨੂੰ ਮੱਥੇ ਟੇਕੀ ਜਾਂਦੇ ਨੇ ਲੋਕ। ਤੇ ਸਤਿਗੁਰੂ ਜੀ ਨੇ ਉਚੇਚੇ ਤੌਰ ਤੇ ਸੰਤ ਦੀ ਵਿਆਖਿਆ ਥਾਂ ਥਾਂ ਤੇ ਕੀਤੀ ਹੈ। ਸੰਤ ਬ੍ਰਹਮ ਗਿਆਨੀ ਕੌਣ? ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕ ਬਿਨ ਕੋਏ,
ਨਾਨਕ ਇਹ ਲੱਛਣ, ਸੰਤ ਦੇ ਕੁਝ ਲੱਛਣ ਨੇ। ਇੱਥੇ ਸੰਤ ਦੇ ਲਿਬਾਸ ਦੀ ਗੱਲ ਨਹੀਂ ਕੀਤੀ। ਜ਼ਰੂਰੀ ਨਹੀਂ ਕਿ ਚਿੱਟੇ ਕੱਪੜਿਆਂ 'ਚ ਸੰਤ ਹੋਏ, ਚਿੱਟੇ ਕੱਪੜਿਆਂ 'ਚ ਬਗਲਾ ਵੀ ਤੇ ਹੋ ਸਕਦਾ ਹੈ। ਜ਼ਰੂਰੀ ਨਹੀਂ ਕਿ ਹੰਸੀ ਹੋਏ ਚਿੱਟੇ ਰੰਗ ਦਾ। ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਸੁਚੇਤ ਕੀਤਾ ਹੈ ਕਿ ਸੰਤ ਸੰਗਤ ਵਿੱਚ ਬੈਠਣਾ, ਰੱਬੀ ਪਿਆਰਿਆਂ ਕੋਲ ਬੈਠਣਾ। ਸੰਤ ਹੈ ਚਰਨ ਮੋਰ ਲੋ ਮੱਥ, ਗੁਰੂ ਕੋਲ ਆਏ, ਗੁਰੂ ਦੀ ਸਤ ਸੰਗਤ ਨਾਲ, ਗੁਰੂ ਦੇ ਪਿਆਰਿਆਂ ਨਾਲ ਸਾਂਝ ਪਾਈ। ਹੁਣ ਸੰਤ ਹੈ ਚਰਨ, ਰੱਬ ਦੇ ਪਿਆਰਿਆਂ ਦੇ ਚਰਨ ਤੇ ਮੇਰਾ ਮੱਥਾ। ਹੁਣ ਚਰਨ ਦਾ ਅਰਥ ਕੱਲ ਵੀ ਆਪਾਂ ਕੀਤਾ ਸੀ, ਚਰਨ ਦਾ ਅਰਥ ਪੈਰ ਨਹੀਂ ਹੈ ਕਿ ਤੁਸੀਂ ਖਾ ਮਖਾ ਕਿਤੇ ਥਾਂ ਥਾਂ ਤੇ ਆਪਣਾ ਮੱਥਾ ਟੇਕੀ ਜਾਈਏ। ਚਰਨ ਦਾ ਅਰਥ ਹੈ ਸ਼ਖਸੀਅਤ, ਕਿਰਦਾਰ, ਕਰੈਕਟਰ, ਆਚਾਰ। ਹੁਣ ਸੰਤਾਂ ਦਾ ਕਿਰਦਾਰ ਤੇ ਮੇਰੀ ਸੁਰਤ ਉਧਰ ਲੱਗ ਗਈ। ਮੱਥਾ ਲੱਗਣ ਦਾ ਅਰਥ ਹੈ ਕਿ ਮੇਰੀ ਸੁਰਤ ਉਹਨਾਂ ਦੇ ਉਪਦੇਸ਼ ਵੱਲ ਲੱਗ ਗਈ। ਜੋ ਉਹਨਾਂ ਦੇ ਗੁਣ ਨੇ ਉਹਨਾਂ ਨੂੰ ਮੈਂ ਆਪਣੀ ਸੁਰਤ 'ਚ ਵਸਾ ਲਿਆ। ਸਤਿਗੁਰੂ ਜੀ ਕਹਿੰਦੇ ਮੈਂ ਸਤ ਸੰਗਤ ਵਿੱਚ ਆਇਆ, ਗੁਰੂ ਦੀ ਹਜ਼ੂਰੀ 'ਚ ਆਇਆ, ਸਤਿਪੁਰਖਾਂ ਕੋਲ ਆਇਆ ਤੇ ਮੈਂ ਮੱਥਾ ਉਹਨਾਂ ਦੇ ਚਰਨਾਂ ਤੇ ਰੱਖ ਦਿੱਤਾ। ਭਾਵ ਆਪਣਾ ਹੰਕਾਰ ਛੱਡਤਾ, ਉਹਨਾਂ ਦਾ ਉਪਦੇਸ਼, ਉਹਨਾਂ ਦੇ ਗੁਣ ਆਪਣੀ ਸੁਰਤ 'ਚ ਵਸਾ ਲਏ। ਜੀਵਨ ਢੰਗ ਸਵਾਰਨਾ ਹੈ, ਵਧੀਆ ਬਣਨਾ ਹੈ। ਸਤਿਪੁਰਖਾਂ ਕੋਲ ਆਏ, ਗੁਰੂ ਕੋਲ ਆਏ ਤੇ ਮੈਂ ਉਹਨਾਂ ਦੇ ਆਚਾਰ ਨੂੰ ਜ਼ਿੰਦਗੀ 'ਚ ਅਪਣਾ ਲਿਆ। ਮੱਥਾ ਟੇਕਣ ਦਾ ਅਰਥ ਹੁੰਦਾ ਕਿ ਮੈਂ ਤੁਹਾਡੇ ਉਪਦੇਸ਼ ਨੂੰ ਅਪਣਾ ਰਿਹਾ। ਜਿਹੜਾ ਆਪਾਂ ਗੁਰੂ ਸਾਹਿਬ ਜੀ ਕੋਲ ਆ ਕੇ ਮੱਥਾ ਨਹੀਂ ਟੇਕਦੇ, ਇਹਦਾ ਕੋਈ ਮਕਸਦ ਹੈ। ਮੱਥਾ ਟੇਕਣ ਨਾਲ ਹੀ ਇਕੱਲੀ ਕਰਾਮਾਤ ਨਹੀਂ ਵਾਪਰਨੀ, ਜਿੰਨਾ ਚਿਰ ਮੱਥੇ ਟੇਕਣ ਦੇ ਭਾਵ ਦਾ ਸਾਨੂੰ ਪਤਾ ਨਹੀਂ ਹੋਏਗਾ। ਜੇ ਨਹੀਂ ਪਤਾ ਤੇ ਸਤਿਗੁਰੂ ਜੀ ਨੇ ਇੱਕ ਗੱਲ ਕਹਿਣੀ ਪਈ, ਸੀਸ ਨਵਾਈਆਂ ਕਿਹਾ ਥੀ ਜਾਰੋ ਦੇਖ ਸੁਦੇ ਜਾਏ। ਸਿਰ ਝੁਕਾਉਣ ਨਾ ਕੀ ਹੋ ਜਾਏਗਾ। ਇੱਕ ਸ਼ਿਕਾਰੀ ਵੀ ਝੁਕਦਾ ਹੈ, ਇੱਕ ਪਖੰਡੀ ਵੀ ਝੁਕਦਾ ਹੈ, ਅਸੀਂ ਵੀ ਝੁਕ ਗਏ। ਪਰ ਜੇ ਸਾਨੂੰ ਝੁਕਣ ਦਾ ਅਰਥ ਹੀ ਨਹੀਂ ਪਤਾ, ਝੁਕਣ ਦਾ ਅਰਥ ਸੀ ਕਿ ਸਤਿਗੁਰੂ ਜੀ ਆ ਸਿਰ ਦੇ ਵਿੱਚ ਜਿਹੜਾ ਹੰਕਾਰ ਹੈ ਨਾ ਤੇਰੇ ਕੋਲ ਛੱਡ ਦਿੱਤਾ। ਸਿਰ ਅੱਗੇ ਰੱਖਣ ਦਾ ਅਰਥ ਹੈ ਸਿਰ ਭੇਟ ਕਰਤਾ, ਹੰਕਾਰ ਛੱਡ ਦਿੱਤਾ, ਮਨ ਦੀ ਮਤ ਤਿਆਗ ਦਿੱਤੀ, ਸਿਰ ਤੈਨੂੰ ਸੌਂਪ ਦਿੱਤਾ ਤੇ ਅੱਜ ਤੋਂ ਬਾਅਦ ਜਿਵੇਂ ਤੁਸੀਂ ਕਹੋਗੇ ਉਵੇਂ ਚੱਲਾਂਗੇ। ਸਿਰ ਮੱਥਾ ਟੇਕਣ ਦਾ ਤੇ ਅਰਥ ਇਹ ਹੈ ਨਾ। ਅਸੀਂ ਆਉਂਦੇ ਹਾਂ ਗੋਲਕ ਦੇ ਵਿੱਚ ਕੋਈ ਗੁਰੂ ਦੀ ਭੇਟ ਪਾਉਂਦੇ, ਆਪਾਂ ਭੇਟਾ ਰੱਖਦੇ ਹਾਂ ਨਾ ਸਤਿਗੁਰੂ ਜੀ ਦੇ ਅੱਗੇ, ਗੁਰੂ ਦੀਆਂ ਬਖਸ਼ੀਆਂ ਦਾਤਾਂ ਚੋਂ ਰੱਖਦੇ ਹਾਂ ਆਪਾਂ। ਤੇ ਜੋ ਅਸੀਂ ਗੁਰੂ ਦੀ ਗੋਲਕ 'ਚ ਪਾ ਦਿੰਦੇ ਉਹ ਵਾਪਸ ਥੋੜ੍ਹਾ ਚੁੱਕਦੇ ਹਾਂ। ਕੋਈ ਗੁਰੂ ਦੀ ਗੋਲਕ 'ਚ ਪਾ ਕੇ ਚੁੱਕ ਲਏ ਤੇ ਅਸੀਂ ਪਤਾ ਕੀ ਕਹਿੰਦੇ ਆ, ਬੰਦਾ ਦਿਓ ਮੱਥਾ ਟੇਕ ਕੇ ਪੈਸੇ ਚੁੱਕ ਲਏ ਨੇ। ਮੱਥਾ ਟੇਕ ਕੇ ਪੈਸੇ ਚੁੱਕ ਲਏ, ਅਸੀਂ ਉਹਨੂੰ ਵਧੀਆ ਨਹੀਂ ਗਿਣਦੇ। ਉਹਨੂੰ ਹੁਣ ਪੈਸੇ ਚੁੱਕਣ ਨੂੰ ਵਧੀਆ ਨਹੀਂ ਗਿਣਦੇ ਅਸੀਂ, ਤੇ ਮੱਥਾ ਟੇਕ ਕੇ ਫਿਰ ਮੱਥਾ ਚੁੱਕ ਲੈਣਾ ਉਹ ਵਧੀਆ। ਇੱਕ ਬੰਨੇ ਅਸੀਂ ਗੁਰੂ ਨੂੰ ਮੱਥਾ ਟੇਕੀਏ, ਸਤਿਗੁਰੂ ਜੀ ਤੁਹਾਡਾ ਹੀ ਆਸਰਾ ਹੈ, ਤੁਹਾਡੀ ਸ਼ਰਨ 'ਚ ਆਏ ਆ, ਤੇ ਇੱਕ ਬੰਨੇ ਅਸੀਂ ਸ਼ਰਨ 'ਚ ਆਈਏ ਹੀ ਨਾ। ਸ਼ਰਨ 'ਚ ਆਉਣ ਦਾ ਅਰਥ ਹੈ ਕਿ ਮੱਥਾ ਟੇਕ ਦਿੱਤਾ, ਹੁਣ ਜੋ ਤੁਸੀਂ ਕਹੋਗੇ ਉਦਾਂ ਹੀ ਚੱਲਾਂਗੇ। ਮੱਥਾ ਟੇਕਤਾ, ਜੋ ਤੁਸੀਂ ਕਹੋਗੇ ਉਹਨੂੰ ਆਪਣੀ ਸੁਰਤ 'ਚ ਵਸਾਵਾਂਗੇ। ਆਪਣੀਆਂ ਸਿਆਣਪਾਂ ਛੱਡ ਦਿੱਤੀਆਂ ਨੇ, ਚਤਰਾਈਆਂ ਛੱਡ ਦਿੱਤੀਆਂ ਨੇ। ਹੁਣ ਸੰਤ ਹੈ ਚਰਨ ਮੋਰ ਲੋ ਮਾਥਾ, ਮੇਰਾ ਮੱਥਾ ਸਤਿਪੁਰਖਾਂ ਦੇ ਚਰਨਾਂ ਨਾਲ ਜੁੜ ਗਿਆ, ਗੁਰੂ ਦੇ ਚਰਨਾਂ ਨਾਲ ਜੁੜ ਗਿਆ, ਸਤ ਸੰਗਤ ਨਾਲ ਜੁੜ ਗਿਆ। ਭਾਵ ਮੈਂ ਆਪਣੀ ਸੁਰਤ ਵਿੱਚ, ਦਿਮਾਗ ਵਿੱਚ ਗੁਰੂ ਕੇ ਬਚਨ ਵਸਾ ਲਏ। ਜੀਵਨ ਜਾਂਚ ਨੂੰ ਸਵਾਰਨ ਦੇ ਲਈ ਗੁਰੂ ਕੇ ਬਚਨ ਆਪਣੀ ਸੁਰਤ 'ਚ ਵਸਾ ਲਏ। ਮੱਥਾ ਮੇਰਾ ਗੁਰੂ ਚਰਨਾਂ ਨਾਲ ਜੁੜ ਗਿਆ, ਸੁਰਤ ਮੇਰੀ ਗੁਰੂ ਕੇ ਸ਼ਬਦ ਨਾਲ ਜੁੜ ਗਈ। ਹਮਰੇ ਮਸਤਕ ਧਰੇ ਗੁਰ ਹਾ ਸੰਤ ਧਰੇ ਹਰ, ਹਮਰੇ ਮਸਤਕ ਸੰਤ ਧਰੇ ਹੱਥ। ਜਦੋਂ ਮੈਂ ਮੱਥਾ ਸਤਿਪੁਰਖਾਂ ਦੇ ਅੱਗੇ ਰੱਖ ਦਿੱਤਾ ਨਾ, ਟੇਕ ਦਿੱਤਾ, ਤੇ ਉਹਨਾਂ ਰੱਬੀ ਪਿਆਰਿਆਂ ਨੇ ਮੇਰੇ ਮੱਥੇ ਤੇ ਹੱਥ ਰੱਖ ਦਿੱਤਾ। ਦੇਖੋ ਅਸੀਂ ਬਾਹਰੀ ਤੌਰ ਤੇ ਬਜ਼ੁਰਗਾਂ ਨੂੰ, ਮਹਾਂਪੁਰਖਾਂ ਨੂੰ ਕਈ ਵਾਰੀ ਸਨਮਾਨ ਦਿੰਨੇ ਤੇ ਉਹ ਸਿਰ ਤੇ ਹੱਥ ਰੱਖਦੇ ਨੇ। ਸਾਡੇ ਬਜ਼ੁਰਗ ਰੱਖਦੇ ਨਾ, ਸਾਨੂੰ ਅਸੀਸ ਦਿੰਦੇ ਨੇ। ਬੜਾ ਵੱਡਾ ਭਾਵ ਹੈ ਇਹਦਾ। ਜਦੋਂ ਗੁਰੂ ਕੋਲ ਆਵਾਂਗੇ, ਗੁਰੂ ਅੱਗੇ ਅਸੀਂ ਮੱਥਾ ਟੇਕ ਦੇਵਾਂਗੇ, ਗੁਰੂ ਸਾਡੇ ਸਿਰ ਤੇ ਪਰ ਹੱਥ ਰੱਖਦਾ ਹੈ। ਹੱਥ ਉਦੋਂ ਰੱਖਦਾ ਜਦੋਂ ਗੁਰੂ ਕੇ ਬਚਨ ਸਾਡੇ ਅੰਦਰ ਵਸਦੇ ਨੇ। ਉਹ ਸਮਝੋ ਹੱਥ ਰੱਖ ਦਿੱਤਾ ਉਹਨੇ। ਹੱਥ ਰੱਖਿਆ, ਗੁਰੂ ਰੱਖਣਾ ਚਾਹੁੰਦਾ ਸਾਰਿਆਂ ਦੇ, ਪਰ ਅਸੀਂ ਗੁਰੂ ਅੱਗੇ ਸਿਰ ਤਾਂ ਰੱਖੀਏ, ਗੁਰੂ ਕੇ ਸ਼ਬਦ ਆਪਣੀ ਸੁਰਤ 'ਚ ਵਸਾ ਤਾਂ ਲਈਏ। ਜਦੋਂ ਗੁਰੂ ਨੇ, ਜਦੋਂ ਸੰਤਾਂ ਨੇ, ਰੱਬੀ ਪਿਆਰਿਆਂ ਨੇ ਸਾਡੇ ਮੱਥੇ ਤੇ ਹੱਥ ਰੱਖ ਦਿੱਤਾ, ਸਾਨੂੰ ਆਪਣਾ ਉਪਦੇਸ਼ ਦੇ ਦਿੱਤਾ, ਉਦੋਂ ਸਾਡਾ ਜੀਵਨ ਢੰਗ ਸਵਰ ਗਿਆ, ਜੀਉਣ ਦਾ ਤਰੀਕਾ ਬਦਲ ਗਿਆ। ਹੁਣ ਸਾਧ ਹੈ ਮੰਤਰ ਮੋਰ ਲੋ ਮਾਥਾ, ਭਈ ਜੋ ਸਾਨੂੰ ਮੰਤਰ ਦਿੱਤਾ ਨਾ, ਮੋਰ ਲੋ ਮਨੁਆ, ਜੋ ਸਾਨੂੰ ਮੰਤਰ ਦਿੱਤਾ। ਪਹਿਲੀ ਗੱਲ, ਮੈਂ ਮੱਥਾ ਰੱਖ ਦਿੱਤਾ ਚਰਨਾਂ ਤੇ, ਉਹਨਾਂ ਦੇ ਸ਼ਬਦ ਮੇਰੀ ਸੁਰਤ 'ਚ ਵਸ ਗਏ।
ਹੁਣ ਜੋ ਮੰਤਰ ਮੈਨੂੰ ਦਿੱਤਾ ਸਤਿਪੁਰਖਾਂ ਨੇ, ਗੁਰੂ ਨੇ, ਰੱਬੀ ਪਿਆਰਿਆਂ ਨੇ, ਉਹ ਮੰਤਰ ਮੇਰੇ ਮਨ 'ਚ ਵਸ ਗਿਆ, ਉਹਨੂੰ ਆਪਣੀ ਜ਼ਿੰਦਗੀ 'ਚ ਵਸਾ ਲਿਆ। ਮੇਰਾ ਮਨ ਉਸ ਮੰਤਰ ਨਾਲ ਜੁੜ ਗਿਆ। ਉਸ ਮੰਤਰ ਨਾਲ ਜੁੜਨ ਦੀ ਵਡਿਆਈ ਕੀ ਹੋਈ? ਤਾਂ ਤੇ ਗਤ ਹੋਏ ਤ੍ਰੈ ਗੁਣੀਆਂ। ਗਤ ਦਾ ਅਰਥ ਹੁੰਦਾ ਹੈ ਚਾਲ, ਦੌੜਨਾ, ਗਤੀ, ਸਪੀਡ ਜਿਹਨੂੰ ਆਪਾਂ ਕਹਿੰਦੇ ਹਾਂ। ਤ੍ਰੈ ਗੁਣੀਆਂ ਦਾ ਅਰਥ ਹੈ ਰਜੋਗੁਣ, ਤਮੋਗੁਣ, ਸਤੋਗੁਣ। ਮਾਇਆ ਦੇ 3 ਗੁਣ ਨੇ। ਇਹ ਸਾਰੀ ਦੁਨੀਆ ਤਿੰਨਾਂ ਗੁਣਾਂ ਦੇ ਅਧੀਨ ਚੱਲ ਰਹੀ ਹੈ। ਇਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਮਿਹਾਣੀ। ਸਾਰੀ ਦੁਨੀਆ ਇਹਨਾਂ 3 ਗੁਣਾਂ 'ਚ ਹੀ ਹੈ, ਇਹਦੋਂ ਬਾਹਰ ਨਹੀਂ ਹੈ। ਜਿੰਨੇ ਧਾਰਮਿਕ ਲੋਕ ਨੇ, ਰਾਜਨੀਤਿਕ ਲੋਕ ਨੇ, ਸਾਰੇ ਸਭ ਇਹਨਾਂ 3 ਗੁਣਾਂ 'ਚ ਹੀ ਨੇ। ਇੱਕ ਕਿਸੇ ਨੂੰ ਰਾਜ ਦਾ ਹੰਕਾਰ ਹੈ, ਉਹ ਰਜੋਗੁਣ 'ਚ ਹੀ ਤੁਰਿਆ ਫਿਰਦਾ ਹੈ। ਇੱਕ ਉਹ ਅੰਦਰੋਂ ਬੜਾ ਅਗਿਆਨਤਾ 'ਚ ਹੈ, ਲਾਲਚੀ ਜਿਹਾ ਹੈ, ਆਲਸੀ ਜਿਹਾ ਹੈ, ਉਹ ਤਮੋਗੁਣ 'ਚ ਤੁਰਿਆ ਫਿਰਦਾ ਹੈ। ਇੱਕ ਕੋਈ ਚੰਗੇ ਕੰਮ ਕਰਕੇ, ਪਾਠ ਪੂਜਾ ਕਰਕੇ, ਦਾਨ ਦੂਨ ਕਰਕੇ ਫਿਰ ਹੰਕਾਰ ਕਰੀ ਜਾਂਦਾ ਹੈ, ਉਹ ਸਤੋਗੁਣ 'ਚ ਤੁਰਿਆ ਫਿਰਦਾ ਹੈ। ਸਾਰੇ ਇਸੇ ਹੀ ਗੇੜੇ ਖਾ ਰਹੇ ਨੇ। ਆਮ ਮਨੁੱਖ ਨਹੀਂ, ਵੱਡਿਆਂ ਵੱਡਿਆਂ ਦੀ ਗੱਲ ਹੈ। ਸਤਿਗੁਰੂ ਜੀ ਕਹਿੰਦੇ ਸਰਪਣੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾ ਦਿਓ ਛਲੀਆ। ਅਸੀਂ ਤੇ ਨਿਮਾਣੇ ਜੀਵ ਹੈ ਹੀ ਕੀ ਚੀਜ਼ਾਂ। ਸਾਰੀ ਦੁਨੀਆ 3 ਗੁਣਾਂ 'ਚ। ਪਰ ਜਦੋਂ ਮੈਂ ਸਤਿਪੁਰਖਾਂ ਕੋਲ ਆਇਆ, ਆਪਣਾ ਮੱਥਾ ਉਹਨਾਂ ਦੇ ਚਰਨਾਂ ਤੇ ਰੱਖ ਦਿੱਤਾ, ਜਦੋਂ ਉਹਨਾਂ ਦੇ ਮੰਤਰ ਨੂੰ ਆਪਣੇ ਮਨ 'ਚ ਵਸਾ ਲਿਆ, ਹੁਣ ਹਿਰਦੇ 'ਚ ਮਨ 'ਚ ਮੰਤਰ ਆ ਗਿਆ ਤੇ ਅੰਦਰ ਜਿਹੜੇ ਰਜੋ ਗੁਣ, ਤਮੋ ਗੁਣ, ਸਤੋ ਗੁਣ ਦਾ ਪ੍ਰਭਾਵ ਸੀ, ਉਹ ਫਿਰ ਭੱਜ ਗਏ। ਜਾਂ ਐਵੇਂ ਕਹਿ ਲਓ, ਜਿੱਥੇ ਦੀਵਾ ਜਗ ਗਿਆ ਉੱਥੋਂ ਹਨੇਰਾ ਭੱਜ ਗਿਆ, ਜਿੱਥੇ ਚਾਨਣ ਹੋ ਗਿਆ ਉੱਥੋਂ ਹਨੇਰਾ ਭੱਜ ਗਿਆ। ਹੁਣ ਮੇਰੇ ਅੰਦਰ ਚਾਨਣ ਹੋ ਗਿਆ, ਗੁਰੂ ਕੇ ਬਚਨਾਂ ਰਾਹੀਂ, ਗੁਰੂ ਕੇ ਉਪਦੇਸ਼ ਰਾਹੀਂ ਚਾਨਣ ਹੋ ਗਿਆ। ਤਾਂ ਤੇ ਗਤ ਹੋਏ ਤ੍ਰੈ ਗੁਣੀਆਂ। ਤੇ ਹੁਣ ਉਹ ਜਿਹੜੇ 3 ਗੁਣ ਦਾ ਅਸਰ ਨਹੀਂ ਸੀ ਮੇਰੇ ਅੰਦਰ, ਰਜੋ ਗੁਣ, ਤਮੋ ਗੁਣ, ਸਤੋ ਗੁਣ ਦਾ, ਹੰਕਾਰ ਸੀ, ਲੋਭ ਸੀ, ਲਾਲਚ ਸੀ, ਮੋਹ ਸੀ, ਉਹ ਸਭ ਭੱਜ ਗਏ ਅੰਦਰੋਂ। ਉਹ ਪੱਤਰਾਵਾਸ ਗਏ, ਖਤਮ ਹੋ ਗਏ ਅੰਦਰੋਂ। ਅੰਦਰ ਹੁਣ ਗੁਰੂ का ਮੰਤਰ ਆ ਗਿਆ, ਗੁਰੂ का ਉਪਦੇਸ਼ ਆ ਗਿਆ। ਜਿਸ ਅਸਥਾਨ ਤੇ, ਦੇਖੋ ਕਿੱਡੀ ਸੋਹਣੀ ਗੱਲ ਸਮਝਣ ਦੇ ਲਈ ਉਦਾਹਰਣ ਹੈ। ਕਿਸੇ ਬਿਲਡਿੰਗ ਦੇ ਅੰਦਰ, ਬਿਲਡਿੰਗ ਨੂੰ ਗੁਰਦੁਆਰਾ ਨਹੀਂ ਕਹਿੰਦੇ, ਅਸੀਂ ਮਾਫ ਕਰਨਾ, ਬਿਲਡਿੰਗ ਨੂੰ ਗੁਰਦੁਆਰਾ ਨਹੀਂ ਕਹਿੰਦੇ। ਬਿਲਡਿੰਗਾਂ ਬਹੁਤ ਨੇ, ਬੜੀਆਂ ਬੜੀ ਕੀਮਤੀ ਬਿਲਡਿੰਗਾਂ, ਅਸੀਂ ਉਹਨੂੰ ਮੱਥੇ ਥੋੜੋ ਟੇਕਦੇ ਹਾਂ। ਜਿਸ ਬਿਲਡਿੰਗ ਦੇ ਅੰਦਰ ਸ਼ਬਦ ਦਾ ਪ੍ਰਗਾਸ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਗਾਸ ਹੋਵੇ, ਉਹਨੂੰ ਅਸੀਂ ਗੁਰਦੁਆਰਾ ਕਹਿੰਦੇ ਹਾਂ। ਉਹਨੂੰ ਅਸੀਂ ਦੂਰੋਂ ਹੀ ਨਮਸਕਾਰ ਕਰਦੇ ਹਾਂ। ਉਹ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਗਾਸ ਹੋ ਜਾਏ ਨਾ, ਉਸ ਅਸਥਾਨ ਦਾ ਵਾਤਾਵਰਣ ਹੀ ਬਦਲ ਜਾਂਦਾ ਹੈ। ਆਪਾਂ ਦੇਖਦੇ ਫਿਰ ਅਸੀਂ ਉੱਥੇ ਕਿੰਨੇ ਅਦਬ ਨਾਲ ਵੜਦੇ ਹਾਂ, ਪੈਰ ਧੋ ਕੇ ਵੜਦੇ ਹਾਂ, ਚੁੱਪਚਾਪ ਆ ਕੇ ਐਨ ਇਕਾਗਰ 'ਚ ਧੋ ਕੇ ਬੈਠ ਜਾਂਦੇ ਹਾਂ। ਜੇ ਗੁਰਬਾਣੀ ਦਾ ਕੀਰਤਨ ਹੋ ਰਿਹਾ ਤੇ ਆਪਾਂ ਦੇਖਦੇ ਕਿੰਨਾ ਸੋਹਣਾ ਵਾਤਾਵਰਣ ਬਣ ਜਾਂਦਾ ਹੈ। ਜਿੱਥੇ ਪ੍ਰਗਾਸ ਹੋ ਜਾਏ ਸ਼ਬਦ ਦਾ, ਉਹ ਸਥਾਨ ਕਿੰਨਾ ਸੁਹਾਵਣਾ ਬਣ ਜਾਂਦਾ ਹੈ। ਇੱਕ ਕੰਕਰੀਟ ਦੀ ਬਣੀ ਬਿਲਡਿੰਗ ਦੇ ਅੰਦਰ ਗੁਰੂ ਦੇ ਸ਼ਬਦ ਦਾ ਪ੍ਰਗਾਸ ਹੋਇਆ, ਉਹ ਬਿਲਡਿੰਗ ਹੀ ਸਤਿਕਾਰਯੋਗ ਹੋ ਗਈ। ਉਸ ਬਿਲਡਿੰਗ ਨੂੰ ਕਿੰਨਾ ਅਸੀਂ ਸਾਫ਼ ਰੱਖਦੇ ਹਾਂ, ਉਸ ਬਿਲਡਿੰਗ ਨੂੰ ਕਿੰਨਾ ਅਸੀਂ ਦੂਰੋਂ ਸਤਿਕਾਰ ਦਿੰਦੇ, ਮੱਥਾ ਸੜਕ ਤੋਂ ਹੀ ਟੇਕ ਦਿੰਦੇ, ਕਿਉਂ? ਉਹ ਬਿਲਡਿੰਗ ਅੰਦਰ ਸ਼ਬਦ ਦਾ ਪ੍ਰਗਾਸ ਹੈ। ਉਹ ਕਿੰਨਾ ਸੋਹਣਾ ਵਾਤਾਵਰਣ ਹੁੰਦਾ। ਤੇ ਜਿਸ ਅੰਦਰ ਮਨੁੱਖ ਦੇ ਸ਼ਬਦ ਦਾ ਪ੍ਰਗਾਸ ਹੋ ਜਾਏ, ਜਿਸ ਮਨੁੱਖ ਦੇ ਅੰਦਰ ਗੁਰੂ का ਮੰਤਰ, ਗੁਰੂ का ਸ਼ਬਦ ਵਸ ਜਾਏ, ਉਹ ਕਿੰਨਾ ਮਹਾਨ ਬਣ ਜਾਏਗਾ ਹਿਰਦਾ। ਉਹ ਮਨੁੱਖ ਕਿੰਨਾ ਮਹਾਨ ਬਣ ਜਾਏ ਜਿੱਥੇ ਸ਼ਬਦ ਵਸ ਜਾਏਗਾ। ਸਤਿਗੁਰੂ ਜੀ ਕਹਿੰਦੇ ਹੁਣ ਜਦੋਂ ਸਤਿਪੁਰਖਾਂ ਦਾ, ਗੁਰੂ का ਮੰਤਰ ਮੇਰੇ ਹਿਰਦੇ 'ਚ ਵਸ ਗਿਆ, ਤੇ ਉਹ ਜਿਹੜੇ 3 ਗੁਣ ਸਨ ਨਾ ਮਾਇਆ ਦੇ, ਉਹ ਭੱਜ ਗਏ। ਅੰਦਰੋਂ ਰਜੋ ਗੁਣ, ਤਮੋ ਗੁਣ ਸਭ ਕੁਝ ਖਤਮ ਹੋ ਗਿਆ। ਹੁਣ ਅੰਦਰ ਚਾਨਣ ਹੋ ਗਿਆ। ਹੁਣ ਅੰਦਰ ਗੁਰੂ ਕੇ ਸ਼ਬਦ ਦੇ ਰਹੀ ਮੇਰਾ ਅੰਦਰ ਪਵਿੱਤਰ ਹੋ ਗਿਆ। ਸਰੀਰ ਤੇ ਪਾਣੀ ਪਾਈਏ, ਸਰੀਰ ਨੂੰ ਸ਼ਾਂਤੀ ਮਿਲਦੀ, ਠੰਡ ਮਿਲਦੀ, ਸਰੀਰ ਦੀ ਮੈਲ ਲੱਥਦੀ ਹੈ। ਤੇ ਮੇਰੇ ਅੰਦਰ ਜਦੋਂ ਬਾਣੀ ਵਸ ਗਈ, ਮਨ ਨੂੰ ਸ਼ਾਂਤੀ ਮਿਲੀ। ਮੇਰੇ ਅੰਦਰ ਜਦੋਂ ਗੁਰੂ का ਸ਼ਬਦ ਵਸ ਗਿਆ, ਮਨ ਦੀ ਮੈਲ ਮਿਟ ਗਈ, ਮਨ ਦਾ ਹਨੇਰਾ ਮਿਟ ਗਿਆ। ਅਸੀਂ ਜੋ ਕੁਝ ਕਰ ਰਹੇ ਹਾਂ ਭੁਲੇਖੇ 'ਚ ਕਰ ਰਹੇ ਹਾਂ, ਭਰਮ 'ਚ ਕਰ ਰਹੇ ਹਾਂ। ਪਰ ਜਦੋਂ ਭਰਮ ਕੱਟਿਆ ਗਿਆ ਤੇ ਹੁਣ ਤੇ ਜਿਉਣ ਦੀ ਜਾਚ ਹੀ ਆ ਗਈ, ਢੰਗ ਆ ਗਿਆ, ਤਰੀਕਾ ਆ ਗਿਆ। ਅੰਦਰੋਂ ਮਾਇਆ ਦੇ 3 ਗੁਣਾਂ ਦਾ ਅਸਰ ਖਤਮ ਹੋ ਗਿਆ। ਹੁਣ ਗੁਰੂ ਕੇ ਸ਼ਬਦ ਦੀ ਰੋਸ਼ਨੀ 'ਚ ਜਿਉਣ ਲੱਗ ਪਏ। ਭਗਤਾਂ ਦਰਸ ਦੇਖ ਨੈਣ ਰੰਗਾ। ਇੱਕ ਸੀ ਆਪਣਾ ਮੱਥਾ ਟੇਕਿਆ, ਫਿਰ ਗੁਰੂ ਕੇ ਸ਼ਬਦ ਨੂੰ ਹਿਰਦੇ 'ਚ ਵਸਾਇਆ। ਹੁਣ ਮੈਂ ਜਦੋਂ ਰੱਬ ਦੇ ਪਿਆਰਿਆਂ ਦੇ ਦੀਦਾਰ ਕਰਦਾ ਹਾਂ, ਮੇਰੀਆਂ ਅੱਖਾਂ ਵੀ ਜਿਹੜੀਆਂ ਨੇ ਉਹ ਵਾਹਿਗੁਰੂ ਜੀ ਦੇ ਰੰਗ 'ਚ ਰੰਗੀਆਂ ਜਾਂਦੀਆਂ ਨੇ। ਅਸੀਂ ਰੋਜ਼
ਇੱਕ ਅਰਦਾਸ ਕਰਦੇ, ਸਹੀ ਪਿਆਰਿਆਂ ਮਿਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ, ਮਿੱਤਰ ਅਸਾਡੜੇ ਸਹੀ। ਕੁਝ ਉਹ ਲੋਕ ਨੇ ਜਿਨ੍ਹਾਂ ਨੂੰ ਦੇਖਦੇ ਹੀ ਨਾ ਤੁਹਾਡੇ ਅੰਦਰ ਚਾਅ ਜਿਹਾ ਪੈਦਾ ਹੁੰਦਾ, ਜਿਨ੍ਹਾਂ ਨੂੰ ਦੇਖਦੇ ਆ ਨਾ ਤੁਹਾਡੇ ਅੰਦਰ ਕੁਝ ਚੰਗਾ ਕੰਮ ਕਰਨ ਲਈ ਚਾਅ ਜਾਗਦਾ, ਜਿਨ੍ਹਾਂ ਨੂੰ ਦੇਖਦੇ ਆ ਤੁਹਾਡੇ ਅੰਦਰ ਇੱਕ ਖੁਸ਼ੀ, ਤੁਹਾਡੇ ਅੰਦਰ ਇੱਕ ਆਨੰਦ ਦੀ ਲਹਿਰ ਪੈਦਾ ਹੁੰਦੀ ਹੈ। ਹੈਗੇ ਨੇ ਧਰਤੀ ਤੇ ਇਹੋ ਜਿਹੇ ਪ੍ਰਾਣੀ। ਤੇ ਕਈ ਲੋਕਾਂ ਨੂੰ ਦੇਖਦੇ ਅਸੀਂ ਪਾਸਾ ਹੀ ਵੜ ਜਾਂਦੇ, ਇਹਦੇ ਮੱਥੇ ਨਹੀਂ ਲੱਗਣਾ। ਉਹਦੇ ਮੱਥੇ ਤੇ ਤਿਉੜੀਆਂ ਪਈਆਂ ਹੁੰਦੀਆਂ ਨੇ, ਉਹਦੇ ਬੋਲਾਂ ਦੇ ਵਿੱਚ ਐਨ ਰੁੱਖਾਪਣ ਹੁੰਦਾ, ਉਹਦੇ ਬੋਲ ਲੋਕਾਂ ਦੇ ਦਿਲਾਂ ਨੂੰ ਤੋੜਦੇ ਨੇ। ਉਹਨੂੰ ਦੇਖਦੇ ਮਨ ਉਦਾਸ ਹੋ ਜਾਂਦਾ ਕਿ ਕਿਹੜਾ ਬੰਦਾ ਮੱਥੇ ਲੱਗ ਗਿਆ। ਸਰੀਰ ਤਾਂ ਸਾਰਿਆਂ ਦੇ ਇੱਕੋ ਜਿਹੇ ਨੇ, ਪਰ ਉਹਦੇ ਅੰਦਰ ਜੋ ਵਾਪਰਿਆ ਉਹ ਉਹਦੇ ਦਰਸ਼ਨਾਂ ਦੇ ਪ੍ਰਭਾਵ ਨੂੰ ਬਦਲ ਦਿੰਦਾ ਹੈ। ਅੰਦਰ ਵਾਹਿਗੁਰੂ ਜੀ ਦਾ ਨਾਮ ਹੈ, ਉਹਦੇ ਦਰਸ਼ਨਾਂ ਨੂੰ ਦੇਖ ਕੇ ਵੀ ਤੁਹਾਨੂੰ ਚਾਹ ਜਾਗੇਗਾ। ਇਸ ਕਰਕੇ ਜਦੋਂ ਰੱਬੀ ਪਿਆਰਿਆਂ ਦੇ ਦਰਸ਼ਨ ਕੀਤੇ, ਭਗਤਨ ਦਰਸ ਦੇਖ ਨੈਣ ਰੰਗਾ, ਰੱਬ ਦੇ ਭਗਤਾਂ ਰੱਬ ਦੇ ਪਿਆਰਿਆਂ ਨੂੰ ਦੇਖਿਆ ਤੇ ਮੇਰੇ ਨੇਤਰ ਵੀ ਵਾਹਿਗੁਰੂ ਜੀ ਦੇ ਰੰਗ 'ਚ ਰੰਗੇ ਗਏ। ਮੇਰੇ ਨੇਤਰਾਂ 'ਚ ਵੀ ਵਾਹਿਗੁਰੂ ਜੀ ਦਾ ਪਿਆਰ ਜਾਗ ਪਿਆ। ਹੁਣ ਮੇਰੇ ਨੇਤਰ ਵੀ ਇਧਰੋਂ ਉਧਰੋਂ ਪ੍ਰਮਾਤਮਾ ਨੂੰ ਹੀ ਲੱਭਣ ਵਾਲੇ ਪਾਸੇ ਲੱਗ ਗਏ। ਲੋਭ ਮੋਹ ਟੂਟੇ ਭ੍ਰਮ ਸੰਗਾ, ਆਨੰਦ ਜ਼ਿੰਦਗੀ 'ਚ ਮੰਨਣਾ ਸਾਡੀ ਜ਼ਿੰਦਗੀ ਦਾ ਫਰਜ਼ ਹੈ, ਸਾਡੀ ਜ਼ਿੰਦਗੀ ਦਾ ਅਧਿਕਾਰ ਵੀ ਹੈ। ਅਸੀਂ ਆਨੰਦ ਮੰਨਣ ਲਈ ਆਏ ਹਾਂ ਧਰਤੀ ਤੇ। ਆਨੰਦ ਮਾਣ ਕਿਉਂ ਨਹੀਂ ਰਹੇ? ਉਹ ਰੁਕਾਵਟ ਕੀ ਹੈ? ਕੁੰਡੀ ਕਿੱਥੇ ਅੜੀ ਹੋਈ ਕਿ ਸਾਨੂੰ ਆਨੰਦ ਕਿਉਂ ਨਹੀਂ ਮਿਲਦਾ? ਦੇਖੋ, ਖੇਚਲ ਬੜੀ ਕਰਦੇ ਆ, ਸਾਰੀ ਜ਼ਿੰਦਗੀ ਕੰਮ ਕਰਦੇ ਕਰਦੇ ਟੁੱਟ ਜਾਂਦੇ ਆ, ਕਿੰਨੀ ਦੌੜ ਭੱਜ ਕਰਦੇ ਆ, ਸਰੀਰ ਰੋਗੀ ਹੋ ਜਾਂਦਾ ਹੈ। ਅਸੀਂ ਪਤਾ ਨਹੀਂ ਕਿੰਨੇ ਜਾਇਜ਼ ਨਜਾਇਜ਼ ਕਰਮ ਕਰਦੇ ਆ, ਖੁਸ਼ੀ ਮਿਲਦੀ ਨਹੀਂ ਹੈ ਜ਼ਿੰਦਗੀ 'ਚ। ਉਹਦੀ ਇੱਕ ਕੁੰਡੀ ਅੜੀ ਹੋਈ ਹੈ ਕਿ ਕਿਉਂ ਨਹੀਂ ਮਿਲਦੀ। ਚੰਗੇ ਕੰਮ ਕਰਦੇ ਆ ਵੀ ਸਾਡੀ ਜ਼ਿੰਦਗੀ 'ਚ ਪਰੇਸ਼ਾਨੀਆਂ ਨੇ, ਬੜੀ ਸੇਵਾ ਕਰਦੇ ਆ, ਬੜਾ ਅਸੀਂ ਹੋਰ ਧਰਮ ਕਰਮ ਕਰਦੇ ਆ, ਪਾਠ ਪੂਜਾ ਕਰਦੇ, ਜ਼ਿੰਦਗੀ 'ਚ ਆਨੰਦ ਵਾਪਰਦਾ ਕਿਉਂ ਨਹੀਂ? ਉਹਦੀ ਇੱਕ ਕੁੰਡੀ ਹੈ, ਅੜੀ ਹੋਈ ਹੈ। ਉਹ ਕੁੰਡੀ ਇੱਥੇ ਅੜੀ ਹੋਈ ਹੈ, ਲੋਭ ਮੋਹ ਟੂਟੇ ਭ੍ਰਮ ਸੰਗਾ। ਗੁਰੂ ਅਮਰਦਾਸ ਜੀ ਨੇ ਕਿਹਾ ਸੀ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕੇਲੋਹ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਚ ਸਵਾਰਿਆ। ਹੁਣ ਸਾਡੇ ਮਨ 'ਚ ਤੇ ਮੋਹ ਇੰਨਾ ਹੈ ਕਿ ਜੇ ਅਸੀਂ ਗੁਰੂ ਕੋਲ ਆਉਂਦੇ ਉਦੋਂ ਵੀ ਅਰਦਾਸ ਅਸੀਂ ਆਪਣੀ ਹੀ ਕਰਦੇ ਹਾਂ, ਆਪਣੇ ਪਰਿਵਾਰ ਲਈ ਕਰਦੇ ਹਾਂ। ਕਈ ਵਾਰੀ ਤਾਂ ਕਈ ਥਾਂ ਤੇ ਤਕਰਾਰ ਹੋ ਜਾਂਦਾ ਹੈ ਕਿ ਇਹ ਅਰਦਾਸ ਮੇਰੀ ਹੋਣੀ ਸੀ, ਦੂਜੇ ਦੀ ਕਿਉਂ ਕਰਾਤੀ। ਗੁਰਪੁਰਬ ਹੁੰਦਾ ਨਾ ਕਈ ਵਾਰੀ, ਗੁਰਪੁਰਬ ਬੜੀਆਂ ਇਹੋ ਜਿਹੀਆਂ ਗੱਲਾਂ ਵਾਪਰਦੀਆਂ ਨੇ। ਹੁਣ ਗੁਰਪੁਰਬ ਗੁਰੂ ਨਾਨਕ ਸਾਹਿਬ ਜੀ ਦਾ, ਕੋਈ ਪਰਿਵਾਰ ਕਹਿੰਦਾ ਜੀ ਮੈਂ ਅਖੰਡ ਪਾਠ ਦੀ ਸੇਵਾ ਕਰਨੀ ਹੈ। ਹੁਣ ਗੁਰਪੁਰਬ ਤਾਂ ਗੁਰੂ ਨਾਨਕ ਸਾਹਿਬ ਦਾ, ਪਰ ਉਹ ਕਹਿੰਦਾ ਮੇਰੀ ਅਰਦਾਸ ਕਰੋ ਉਦਣ। ਗੁਰਪੁਰਬ ਦੀ ਤੁਸੀਂ ਕਰਨੀ ਜਾਂ ਨਹੀਂ ਕਰਨੀ, ਮੇਰੀ ਕਰੋਗੇ। ਮੇਰੇ ਵੱਲੋਂ ਅਖੰਡ ਪਾਠ ਹੋਇਆ ਹੈ, ਮੇਰੇ ਬਾਪੂ ਦਾ ਜਨਮ ਦਿਨ ਹੈ, ਮੇਰੇ ਬਾਪੂ ਦੀ ਜਾਂਚ ਪਾਠ ਹੋਇਆ। ਤੇ ਕਈ ਵਾਰੀ ਕਈ ਪ੍ਰੇਮੀ ਕਹਿੰਦੇ ਅਸੀਂ ਗੁਰਪੁਰਬ ਤੇ ਪਾਠ ਕਰਾਉਣਾ ਹੈ। ਇਹ ਗੱਲਾਂ ਵਾਪਰੀਆਂ ਜ਼ਿੰਦਗੀ 'ਚ, ਮੈਂ ਦੇਖੀਆਂ ਸੁਣੀਆਂ ਨੇ। ਤੇ ਉਹ ਇੱਕ ਲੜ ਪੈਂਦੇ ਕਿ ਪਾਠ ਤੇ ਅਸੀਂ ਕਰਾਇਆ, ਦੂਜੇ ਦੀ ਅਰਦਾਸ, ਕਿਉਂਕਿ ਪ੍ਰਬੰਧਕ ਸਾਂਝੀ ਅਰਦਾਸ ਕਰਨ ਦਾ ਫਿਰ ਯਤਨ ਕਰਦੇ ਨੇ, ਉਹਦੀ ਵੀ ਕਰਦੀ, ਉਹਦੀ ਦੂਜੇ ਲੜ ਪੈਂਦੇ, ਮੇਰੀ ਅਰਦਾਸ ਹੋਣੀ ਸੀ, ਇਹ ਦੂਜੀ ਕਿਉਂ ਵਿੱਚ ਵਾੜਤੀ? ਮੇਰੇ ਜਨਮ ਦਿਨ ਦੀ ਅਰਦਾਸ ਸੀ, ਉਹਦੀ ਤੁਸੀਂ ਬਰਸੀ ਦੀ ਅਰਦਾਸ ਕਿਉਂ ਕਰ ਦਿੱਤੀ ਵਿੱਚ? ਲੜ ਪੈਂਦੇ ਨੇ। ਇਹਨੂੰ ਹੀ ਤੇ ਮੋਹ ਕਿਹਾ ਜਾਂਦਾ। ਗੁਰੂ ਦੇ ਦਰ ਤੇ ਆ ਕੇ ਵੀ ਮੇਰੀ ਅਰਦਾਸ ਮੇਰੀ ਸੀ, ਪਾਠ ਮੇਰਾ ਸੀ, ਇਹ ਵਾਰੀ ਮੇਰੀ ਸੀ, ਇਹ ਹੈ ਮੋਹ। ਹੁਣ ਜਿੰਨਾ ਚਿਰ ਅੰਦਰ ਮੋਹ ਹੈ, ਜਿੰਨੀਆਂ ਮਰਜ਼ੀ ਅਰਦਾਸਾਂ ਕਰੀ ਜਾਓ ਤੁਸੀਂ। ਜਿੰਨਾ ਚਿਰ ਅੰਦਰ ਲੋਭ ਹੈ, ਜੋ ਮਰਜ਼ੀ ਤੁਸੀਂ ਪਾਠ ਕਰੀ ਜਾਓ, ਉਹਦੇ ਨਾਲ ਕੀ ਹੋ ਜਾਏਗਾ? ਸਤਿਗੁਰੂ ਜੀ ਕਹਿੰਦੇ ਜਦੋਂ ਗੁਰੂ ਕੋਲ ਆਏ, ਲੋਭ ਮੋਹ ਟੂਟੇ ਭ੍ਰਮ ਸੰਗਾ, ਸਤ ਸੰਗਤ ਵਿੱਚ ਆ ਕੇ ਮਸਤਕ ਗੁਰੂ ਚਰਨਾਂ ਤੇ ਰੱਖਿਆ। ਗੁਰੂ ਕੀ ਹਜ਼ੂਰੀ 'ਚ ਆ ਕੇ ਗੁਰੂ ਕੇ ਮੰਤਰ ਨੂੰ ਮਨ 'ਚ ਵਸਾਇਆ। ਗੁਰੂ ਨੇ ਮੇਰੇ ਮੱਥੇ ਤੇ ਮਿਹਰ ਭਰਿਆ ਹੱਥ ਰੱਖ ਦਿੱਤਾ। ਮੈਂ ਇਹਨਾਂ ਨੇਤਰਾਂ ਦੇ ਨਾਲ ਸਤਿਪੁਰਖਾਂ ਦੇ, ਰੱਬੀ ਪਿਆਰਿਆਂ ਦੇ, ਭਗਤਾਂ ਦੇ, ਸੰਤਾਂ ਦੇ, ਗੁਰੂ ਕੇ ਸਿੱਖਾਂ ਦੇ ਦਰਸ਼ਨ ਦੀਦਾਰ ਕੀਤੇ। ਇਹ ਸਭ ਕੁਝ ਕਰਦਿਆਂ ਮੇਰੇ ਅੰਦਰੋਂ ਲੋਭ ਮੋਹ ਟੂਟੇ ਭ੍ਰਮ ਸੰਗਾ, ਮੇਰੇ ਅੰਦਰੋਂ ਲੋਭ ਹੀ ਖਤਮ ਹੋ ਗਿਆ। ਲੱਭ ਲੋਭ ਅਹੰਕਾਰ ਚੁੱਕਾ। ਹੁਣ ਲੱਭ ਲੋਭ ਅਹੰਕਾਰ ਖਤਮ ਹੋ ਗਿਆ, ਅੰਦਰੋਂ ਮੋਹ ਮਿਟ ਗਿਆ, ਅੰਦਰੋਂ ਭਰਮ ਮਿਟ ਗਏ। ਬਸ ਜਦੋਂ ਭਰਮ ਮਿਟ ਗਿਆ, ਸਮਝੋ ਕਿ ਸ਼ਬਦ ਸਵਾਰਿਆ ਗਿਆ। ਸ਼ਬਦ ਅਰਥ ਹੈ ਜੀਵਨ ਢੰਗ, ਆਚਾਰ, ਸਾਡਾ ਵਤੀਰਾ। ਜਿੰਨਾ ਚਿਰ ਸਾਡੇ ਅੰਦਰੋਂ ਮੋਹ ਨਹੀਂ ਮਿਟੇਗਾ, ਉਹਨਾਂ ਚਿਰ ਸਾਡਾ ਵਤੀਰਾ ਨਹੀਂ ਬਦਲੇਗਾ। ਜਿੰਨਾ ਚਿਰ ਸਾਡੇ ਅੰਦਰੋਂ ਲੋਭ ਨਹੀਂ ਖਤਮ ਹੋਏਗਾ, ਉਹਨਾਂ ਚਿਰ ਸਾਡਾ ਸੁਭਾਅ ਨਹੀਂ ਬਦਲੇਗਾ। ਠੀਕ ਹੈ, ਪਾਠ ਕਰ ਰਹੇ ਹਾਂ, ਭਾਗਾਂ ਵਾਲੇ ਹਾਂ, ਗੁਰੂ ਦੀ ਮਿਹਰ ਹੈ, ਪਰ ਪਾਠ ਕਰਦੇ ਹਾਂ ਤੇ ਅੰਦਰੋਂ ਮੋਹ ਮਿਟਣਾ ਚਾਹੀਦਾ। ਪਾਠ ਕਰਦੇ ਅੰਦਰੋਂ ਲੋਭ ਮਿਟਣਾ ਚਾਹੀਦਾ।
ਪਾਠ ਕਰਦੇ ਅੰਦਰੋਂ ਕ੍ਰੋਧ ਖਤਮ ਹੋਣਾ ਚਾਹੀਦਾ, ਪਾਠ ਕਰਦੇ ਅੰਦਰੋਂ ਅਹੰਕਾਰ ਮਿਟਣਾ ਚਾਹੀਦਾ। ਜੇ ਮਿਟ ਗਿਆ ਤੇ ਸਮਝੋ ਵਾਹਿਗੁਰੂ ਦੀ ਬਖਸ਼ਿਸ਼ ਹੋ ਗਈ ਹੈ, ਨਹੀਂ ਤੇ ਜੇ ਯਤਨ ਦੀ ਲੋੜ ਹੈ, ਅਰਦਾਸ ਦੀ ਲੋੜ ਹੈ, ਬਖਸ਼ਿਸ਼ ਦੀ ਲੋੜ ਹੈ। ਆਓ ਸਤਿਗੁਰੂ ਜੀ ਨੇ ਕਿਹਾ ਸੀ ਕਿ ਭਲੇ ਸੰਜੋਗ ਭਲੇ ਦਿਨ ਅਵਸਰ ਜੋ ਗੋਪਾਲ ਰੁਝਾਇਓ। ਉਹ ਸਵੱਬ, ਉਹ ਦਿਨ, ਉਹ ਟਾਈਮ, ਉਹ ਘੜੀ, ਉਹ ਅਵਸਰ ਭਲਾ ਹੈ, ਧਨ ਹੈ ਜਦੋਂ ਪ੍ਰਮਾਤਮਾ ਮੇਰੇ ਤੇ ਰਿਝਿਆ। ਕਦੋਂ ਰਿਝਿਆ? ਸੂਰਜ ਦੀ ਧੁੱਪ ਸਾਨੂੰ ਕਦੋਂ ਮਿਲਦੀ? ਜਦੋਂ ਅਸੀਂ ਘਰੋਂ ਨਿਕਲ ਕੇ ਸੂਰਜ ਦੇ ਸਾਹਮਣੇ ਆ ਜਾਂਦੇ ਹਾਂ, ਉਦੋਂ ਸੂਰਜ ਦੀ ਧੁੱਪ ਸਾਨੂੰ ਮਿਲਦੀ ਹੈ। ਪਰਮਾਤਮਾ ਤਾਂ ਸੂਰਜ ਵਾਂਗੂ ਹੈ, ਉਹਦਾ ਇੱਕ ਸੂਰਜ ਸਾਨੂੰ ਦੱਸਦਾ ਹੈ ਕਿ ਪ੍ਰਮਾਤਮਾ ਕਿਹੋ ਜਿਹਾ ਹੈ। ਜਿਵੇਂ ਸੂਰਜ ਸਾਰਿਆਂ ਨੂੰ ਪ੍ਰਕਾਸ਼ ਦਿੰਦਾ ਹੈ, ਪਰਮਾਤਮਾ ਸਾਰਿਆਂ ਤੇ ਮਿਹਰ ਭਰਿਆ ਆਪਣਾ ਵਤੀਰਾ ਰੱਖਦਾ ਹੈ। ਉਹ ਬੜਾ ਹੀ ਕਰੁਣਾ ਨਿਧ, ਤਰਸ ਦਾ ਘਰ ਹੈ, ਉਹ ਬੜਾ ਮਿਹਰਬਾਨ ਹੈ, ਉਹ ਬੜਾ ਬਖਸ਼ੰਦ ਹੈ, ਉਹ ਬੜਾ ਦਿਆਲੂ ਹੈ। ਉਹ ਸਰਬੱਤ ਦੇ ਭਲੇ ਲਈ ਹੈ। ਪ੍ਰਮਾਤਮਾ ਸਰਬੱਤ ਦਾ ਹੈ, ਉਹ ਕਿਸੇ ਇੱਕ ਦਾ ਨਹੀਂ ਹੈ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਕਿਹਾ ਕਿ ਪ੍ਰਮਾਤਮਾ ਕਿਸੇ ਪਿਓ ਦਾ ਨਹੀਂ ਹੈ ਕਿ ਮੇਰਾ ਹੀ ਪ੍ਰਮਾਤਮਾ ਹੈ। ਪ੍ਰਮਾਤਮਾ ਸਾਰਿਆਂ ਦਾ ਹੀ ਪਿਓ ਹੈ। ਜਦੋਂ ਅਸੀਂ ਉਸ ਪ੍ਰਮਾਤਮਾ ਦੇ ਸਨਮੁਖ ਆਏ, ਕਿਉਂਕਿ ਉਹ ਅੰਦਰ ਇੱਕ ਕੰਧ ਸੀ ਨਾ, ਜਿਹੜੀ ਕੰਧ, ਉਹ ਕੰਧ ਸਾਨੂੰ ਪ੍ਰਮਾਤਮਾ ਦੇ ਸਨਮੁਖ ਨਹੀਂ ਆਉਣ ਦਿੰਦੀ। ਧਨ ਪਿਰ ਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ। ਭੀਤ ਕਹਿੰਦੇ ਕੰਧ ਨੂੰ, ਕਰਾਰੀ ਕਹਿੰਦੇ ਬੜੀ ਕਰੜੀ ਨੂੰ, ਬੜੀ ਸਖਤ ਨੂੰ। ਬੜੀ ਸਖਤ ਕੰਧ ਹੈ, ਹੰਕਾਰ ਦੀ, ਲੋਭ ਦੀ, ਮੋਹ ਦੀ। ਜਿੰਨਾ ਚਿਰ ਇਹ ਟੁੱਟਦੀ ਨਹੀਂ ਹੈ, ਉਹਨਾਂ ਚਿਰ ਅਸੀਂ ਪ੍ਰਮਾਤਮਾ ਦੇ ਸਨਮੁਖ ਨਹੀਂ ਹੁੰਦੇ। ਜਿੰਨਾ ਚਿਰ ਸਨਮੁਖ ਨਹੀਂ, ਉਹਨਾਂ ਚਿਰ ਅਸੀਂ ਉਸ ਅਵਸਰ ਨੂੰ ਮਾਣ ਨਹੀਂ ਸਕਦੇ ਜਦੋਂ ਪ੍ਰਮਾਤਮਾ ਰੀਝਦਾ ਸਾਡੇ ਤੇ। ਉਹ ਅਵਸਰ ਸਾਨੂੰ ਮਿਲੇਗਾ ਨਹੀਂ। ਉਹਦੇ ਸਨਮੁਖ ਹੋਣ ਦੇ ਲਈ, ਇਸ ਕੰਧ ਨੂੰ ਤੋੜਨ ਦੇ ਲਈ ਸਤਿਗੁਰੂ ਕੋਲ ਆਏ, ਸਤ ਸੰਗਤ ਵਿੱਚ ਆਏ, ਗੁਰੂ ਕੇ ਸ਼ਬਦ ਨੂੰ ਹਿਰਦੇ 'ਚ ਵਸਾਇਆ, ਗੁਰੂ ਦਾ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਆਇਆ, ਸਤਿਪੁਰਖਾਂ ਦੇ ਦਰਸ਼ਨ ਦੀਦਾਰ, ਗੁਰੂ ਕੇ ਦਰਸ਼ਨ ਦੀਦਾਰ ਕੀਤੇ। ਹੁਣ ਅੰਦਰ ਇੱਕ ਚਾਉ ਪੈਦਾ ਹੋ ਗਿਆ, ਅੰਦਰੋਂ ਲੋਭ ਮਿਟ ਗਿਆ, ਅੰਦਰੋਂ ਮੋਹ ਮਿਟ ਗਿਆ। ਹੁਣ ਤੇ ਵਿਸਰ ਗਈ ਸਭ ਤਾਹਤ ਪਰਾਈ, ਜਬ ਤੇ ਸਾਧ ਸੰਗਤ ਮੋਇ ਪਾਈ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਹੁਣ ਗੁਰੂ ਕੋਲ ਆ ਕੇ ਸਾਨੂੰ ਪਤਾ ਲੱਗਾ ਸਾਰੀ ਦੁਨੀਆ ਹੀ ਆਪਣੀ ਹੈ। ਸੁੱਖ ਮੰਨਣਾ ਚਾਹੁੰਦੇ ਆਪਾਂ। ਹਰ ਬੰਦਾ ਧਰਤੀ ਤੇ ਚਾਹੁੰਦਾ ਹੈ ਕਿ ਮੈਂ ਸਦਾ ਹੀ ਜਿਉਂਦਾ ਰਵਾਂ, ਸਦਾ ਜਿਉਂਦਾ ਰਵਾਂ। ਇਹ ਭੁੱਖ ਪ੍ਰਮਾਤਮਾ ਨੇ ਰੱਖੀ ਹੈ ਸਾਡੇ ਅੰਦਰ ਕਿ ਅਸੀਂ ਸਦਾ ਜਿਉਂਦੇ ਰਹੀਏ। ਇਹ ਭੁੱਖ ਵਾਹਿਗੁਰੂ ਨੇ ਰੱਖੀ ਹੈ, ਹੋਣੀ ਚਾਹੀਦੀ। ਸਦਾ ਜਿਉਂਦੇ ਰਹਿਣ ਦੀ ਭੁੱਖ ਹੋਣੀ ਚਾਹੀਦੀ ਹੈ। ਲੇਕਿਨ ਸਦਾ ਜਿਉਂਦੇ ਰਹਿਣਾ ਕਿਵੇਂ ਹੈ? ਗੁਰਬਾਣੀ ਤਾਂ ਕਹਿੰਦੀ ਜੀਵਤ 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 ਰਹੋ। ਤੁਸੀਂ ਸਦਾ ਹੀ ਜਿਉਂਦੇ ਰਹੋ, ਅੰਮ੍ਰਿਤ ਪੀਵੋ, ਸਦਾ ਚਿਰ ਜੀਵੋ, ਸਦਾ ਜੀਵੋ। ਹੱਕ ਹੈ ਸਾਡਾ ਸਦਾ ਜਿਉਣ ਦਾ। ਹਰ ਬੰਦਾ ਚਾਹੁੰਦਾ ਸਦਾ ਜਿਉਂਦੇ ਰਹੀਏ ਅਸੀਂ। ਹਰ ਬੰਦਾ ਸਦਾ ਜਿਉਣਾ ਤਾਂ ਚਾਹੁੰਦਾ, ਪਰ ਉਹਨੂੰ ਪਤਾ ਨਹੀਂ ਕਿਵੇਂ ਜਿਉਣਾ। ਉਹ ਸੋਚਦਾ ਪੈਸਾ ਬੜਾ ਹੋਏਗਾ, ਬੜੀ ਲੰਮੀ ਉਮਰ ਹੋਏਗੀ, ਸਦਾ ਜਿਉਂਦੇ ਰਵਾਂਗੇ, ਬੜਾ ਰੁਤਬਾ ਹੋਇਆ, ਬੜਾ ਨਾਂ ਬਣ ਜਾਏਗਾ ਜੀ, ਸਦਾ ਜਿਉਂਦੇ ਰਵਾਂਗੇ, ਸਾਨੂੰ ਕੁਛ ਚੇਤੇ ਰੱਖਿਆ। ਹੀ ਹੈ ਨਾ ਸਦਾ ਜਿਉਣ ਮਨ ਦਾ ਤਰੀਕਾ ਲੋਕਾਂ ਦਾ। ਬੜੀਆਂ ਬੜੀਆਂ ਉਮਰਾਂ ਵਾਲੇ ਸਿੱਧ ਲੋਕ ਆਏ ਨੇ, ਪਰ ਸਦਾ ਜਿਉਂਦੇ ਨਹੀਂ ਰਹੇ। ਉਹਨਾਂ ਨੂੰ ਕੋਈ ਨਹੀਂ ਪੁੱਛਦਾ। ਇਸ ਧਰਤੀ ਤੇ ਉਹਨਾਂ ਦੀਆਂ ਵੀ ਅਸੀਂ ਕਹਾਣੀਆਂ ਸੁਣਦੇ ਜਿਹੜੇ ਹਜ਼ਾਰਾਂ ਸਾਲ ਜਿਨ੍ਹਾਂ ਦੀਆਂ ਉਮਰਾਂ ਸਨ, ਕਈ ਹਜ਼ਾਰਾਂ ਸਾਲ, ਪਰ ਉਹਨਾਂ ਦੇ ਨਾਂ ਦਾ ਕਿਸੇ ਨੂੰ ਪਤਾ ਹੀ ਨਹੀਂ ਹੈ। ਇਸ ਧਰਤੀ ਤੇ ਉਹ ਲੋਕ ਵੀ ਆਏ ਜਿਨ੍ਹਾਂ ਨੇ ਜਾਇਜ਼ ਨਜਾਇਜ਼ ਤਰੀਕੇ ਨਾਲ ਸਾਰੀ ਦੁਨੀਆ ਦਾ ਧਨ ਕਾਬੂ ਕਰ ਲਿਆ। ਉਹਨਾਂ ਦੇ ਨਾਂ ਦਾ ਪਤਾ ਹੀ ਨਹੀਂ ਹੈ ਕਿਸੇ ਨੂੰ। ਉਹ ਤੇ ਮਰ ਗਏ ਉਸੇ ਵੇਲੇ ਹੀ। ਸਦਾ ਜਿਉਂਦੇ ਰਹਿਣ ਦੇ ਲਈ ਇੱਕ ਸਾਨੂੰ ਸਾਡੇ ਸਤਿਗੁਰੂ ਜੀ ਨੇ ਤਰੀਕਾ ਦੱਸਿਆ ਹੈ। ਦੇਖੋ, ਤੁਸੀਂ ਆਪਣੇ ਪਰਿਵਾਰ ਲਈ ਸੋਚੋਗੇ, ਪਰਿਵਾਰ ਹੀ ਤੁਹਾਨੂੰ ਚੇਤੇ ਕਰੇਗਾ, ਕੁਝ ਚਿਰ ਲਈ ਚੇਤੇ ਕਰੇਗਾ, ਹਮੇਸ਼ਾ ਨਹੀਂ। ਉਹ ਵੀ ਅਗਲੀ ਪੀੜ੍ਹੀ ਭੁੱਲ ਜਾਂਦੀ, ਉਦੋਂ ਅਗਲੀ ਭੁੱਲ ਜਾਏਗੀ। ਕਿੰਨਾ ਕੁ ਚਿਰ ਚੇਤੇ ਹੈ ਸਾਨੂੰ? ਕਿੰਨੇ ਕੁ ਆਪਣੇ ਬਜ਼ੁਰਗ ਯਾਦ ਨੇ, ਦਾਦੇ ਪੜਦਾਦਿਆਂ ਦੀਆਂ ਕਰਨੀਆਂ ਜਾਂ ਉਹਨਾਂ ਦੇ ਬਜ਼ੁਰਗਾਂ ਦੀਆਂ ਕਰਨੀਆਂ ਕੋਈ ਚੇਤੇ ਨੇ ਸਾਨੂੰ? ਕੋਈ ਨਾ ਹੀ ਨਹੀਂ ਚੇਤੇ ਸਾਨੂੰ। ਕਰਨੀਆਂ ਤੇ ਕਿਤੇ ਨੇ। ਜੇ ਸਦਾ ਜਿਉਂਦੇ ਰਹਿਣਾ ਹੈ, ਸਦਾ ਜਿਉਂਦੇ ਰਹਿਣਾ ਸਾਡਾ ਹੱਕ ਹੈ। ਅਸੀਂ ਜਿਉਂਦੇ ਰਹਿਣ ਲਈ ਆਏ ਹਾਂ, ਅਸੀਂ ਮਰਨ ਲਈ ਨਹੀਂ ਆਏ। ਜੇ ਸਦਾ ਜਿਉਂਦੇ ਰਹਿਣਾ ਹੈ ਤੇ ਸਤਿਗੁਰੂ ਜੀ ਕਹਿੰਦੇ ਸਮੁੱਚੀ ਮਾਨਵਤਾ ਦੇ ਨਾਲ ਸਾਂਝ ਪਾ ਲਓ, ਲੋਕਾਂ ਦੇ ਦਿਲਾਂ 'ਚ ਵਸ ਜਾਓ। ਸਦਾ ਜਿਉਂਦੇ ਰਹੋਗੇ, ਦੁਨੀਆ ਤੁਹਾਨੂੰ ਮਰਨ ਨਹੀਂ ਦੇਵੇਗੀ। ਜੇ ਮਨੁੱਖਤਾ ਨਾਲ ਪਿਆਰ ਕਰੋਗੇ, ਸਗਲ ਸੰਗ ਹਮਕੋ ਬਨ ਆਈ ਵਾਲੇ ਵਤੀਰੇ ਨੂੰ ਬਣਾ ਲਓਗੇ ਕਿ ਸਾਰੀ ਦੁਨੀਆ ਸਾਡੀ ਹੈ, ਸਾਰੀ ਦੁਨੀਆ ਸਾਡਾ ਪਰਿਵਾਰ ਹੈ। ਸਰਬੱਤ ਦੇ ਭਲੇ ਲਈ ਵਿਚਰੋਗੇ, ਦੂਜਿਆਂ ਦੇ ਭਲੇ ਲਈ ਕੁਝ ਕਰੋਗੇ, ਦੁਨੀਆ ਤੁਹਾਨੂੰ ਮਰਨ ਨਹੀਂ ਦੇਵੇਗੀ। ਦੁਨੀਆ ਕਦੀ ਗੁਰੂ ਨਾਨਕ ਸਾਹਿਬ ਜੀ ਨੂੰ ਇਸ ਧਰਤੀ ਤੋਂ ਜਾਣ ਨਹੀਂ ਦੇਵੇਗੀ। ਆਖੋ ਸਤਨਾਮ ਸਾਹਿਬ। ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਤਾ ਲਈ ਕੀਤਾ ਕੁਝ। ਇਹ ਗੱਲ ਵੱਖਰੀ ਹੈ। ਬੜੇ ਹੀ ਇਵੇਂ ਕਹਿ ਲਓ ਕਿ ਨਿਕੰਮੇ ਸੁਭਾਅ ਦੇ ਲੋਕ ਧਰਤੀ ਤੇ ਆਉਂਦੇ ਨੇ,
ਇਹੋ ਜਿਹੇ ਸੋਚ ਵਾਲੇ ਹਮੇਸ਼ਾ ਲੋਕ ਰਹਿੰਦੇ ਨੇ, ਰਹਿਣਗੇ, ਜਿਹੜੇ ਗੁਰੂ ਨਾਨਕ ਦੇ ਸਿਧਾਂਤ ਨੂੰ, ਗੁਰੂ ਨਾਨਕ ਦੇ ਮਾਰਗ ਨੂੰ ਢਾਹ ਲਾਉਣ ਲਈ ਬੜਾ ਐਵੇਂ ਜਿਵੇਂ ਨਹੀਂ ਜਾਤ ਦੀ ਖੋੜ ਕਿਰਲੀ ਸਤੀਰਾ ਨੂੰ ਜਫੇ, ਇਹੋ ਜਿਹੀਆਂ ਖੋੜ ਕਿਰਲੀਆਂ ਬੜੀਆਂ ਨੇ ਆ ਸਾਡੇ ਆਲੇ ਦੁਆਲੇ। ਔਰ ਸਿੱਖੀ ਤੇ ਜੀ ਇੰਨੇ ਸਾਲਾਂ ਨੂੰ ਖਤਮ ਹੋ ਜਾਣੀ ਹੈ, ਕੋਈ ਕਹਿੰਦਾ ਜੀ ਬਸ ਸਿੱਖੀ ਤੇ ਇੰਨੇ ਕੁ ਸਾਲ ਰਹਿਣੀ। ਬੜੇ ਮਨਮੁਖ ਲੋਕ ਇਹੋ ਜਿਹੀਆਂ ਗੱਲਾਂ ਕਰਨ ਵਾਲੇ, ਕਿਉਂਕਿ ਜੋ ਕੁਝ ਮਨੁੱਖ ਦੇ ਮਨ 'ਚ ਹੈ ਉਹ ਬਾਹਰ ਆਉਂਦਾ ਹੀ ਹੁੰਦਾ ਹੈ। ਜਿੰਨਾ ਚਿਰ ਇਹ ਧਰਤੀ ਰਹੇਗੀ, ਆਕਾਸ਼ ਰਹੇਗਾ, ਉਹਨਾਂ ਚਿਰ ਗੁਰੂ ਨਾਨਕ ਦਾ ਨਾਮ ਗੂੰਜਦਾ ਰਹੇਗਾ, ਉਹਨਾਂ ਚਿਰ ਗੁਰੂ ਨਾਨਕ ਦੀ ਸਿੱਖੀ ਕਾਇਮ ਰਹੇਗੀ। ਹੁਣ ਗੁਰੂ ਨਾਨਕ ਦੀ ਸਿੱਖੀ ਕੋਈ ਭੇਖ ਥੋੜੋ ਹੈ, ਗੁਰੂ ਨਾਨਕ ਦੀ ਸਿੱਖੀ ਕੋਈ ਸਰੀਰਾਂ ਨਾਲ ਥੋੜੋ ਸੰਬੰਧਿਤ ਹੈ। ਗੁਰੂ ਨਾਨਕ ਦੀ ਸਿੱਖੀ ਹੈ ਸੱਚ, ਗੁਰੂ ਨਾਨਕ ਦੀ ਸਿੱਖੀ ਹੈ ਪਿਆਰ, ਗੁਰੂ ਨਾਨਕ ਦੀ ਸਿੱਖੀ ਇਮਾਨਦਾਰੀ, ਗੁਰੂ ਨਾਨਕ ਦੀ ਸਿੱਖੀ ਸਰਬੱਤ ਦਾ ਭਲਾ। ਇਹਨੂੰ ਕੌਣ ਖਤਮ ਕਰ ਲੇਗਾ ਜੀ? ਸੂਰਜ ਨੂੰ ਕੋਈ ਖਤਮ ਕਰ ਸਕਦਾ ਹੈ? ਸੂਰਜ ਨੂੰ ਕੋਈ ਖਤਮ ਨਹੀਂ ਕਰ ਸਕਦਾ। ਇਹ ਗੱਲ ਵੱਖਰੀ ਹੈ ਕਿ ਕੁਦਰਤ ਦੇ ਹੁਕਮ 'ਚ ਕਦੀ ਸੂਰਜ ਖਤਮ ਹੋ ਜਾਏ, ਉਹ ਗੱਲ ਵੱਖਰੀ ਹੈ। ਲੇਕਿਨ ਇੱਕ ਸਾਧ ਬਚਨ ਅਟਲੱਦਾ, ਜਿੱਥੇ ਇਹ ਬਚਨ ਅੰਕਿਤ ਹੈ ਨਾ, ਸਤਿਗੁਰੂ ਜੀ ਕਹਿੰਦੇ ਰੱਬ ਸੱਸ ਬਿਨਾਸੀ। ਇਹ ਸੂਰਜ ਖਤਮ ਹੋ ਸਕਦਾ ਹੈ, ਧਰਤੀ ਖਤਮ ਹੋ ਸਕਦੀ ਹੈ, ਇਹ ਚੰਦਰਮਾ ਖਤਮ ਹੋ ਸਕਦਾ ਹੈ, ਹਵਾ ਖਤਮ ਹੋ ਸਕਦੀ ਹੈ, ਲੇਕਿਨ ਇੱਕ ਸਾਧ ਬਚਨ ਅਟਲੱਦਾ। ਇੱਕ ਜੋ ਸਤਿਪੁਰਖਾਂ ਨੇ ਸਾਨੂੰ ਬਚਨ ਦੇ ਦਿੱਤੇ, ਉਹਨਾਂ ਦਾ ਦਿੱਤਾ ਬਚਨ, ਉਹਨਾਂ ਦਾ ਦਿੱਤਾ ਮਾਰਗ ਉਹ ਅਟਲ ਹੈ। ਗੁਰੂ ਨਾਨਕ ਸਦਾ ਹੀ ਇਸ ਬ੍ਰਹਿਮੰਡ 'ਚ ਗੂੰਜਦੇ ਰਹਿਣਗੇ। ਸਾਨੂੰ ਸਾਡੇ ਸਤਿਗੁਰੂ ਜੀ ਨੇ ਮਾਰਗ ਦਿੱਤਾ ਹੈ, ਜੇ ਸਦਾ ਲਈ ਜਿਉਂਦੇ ਰਹਿਣਾ ਚਾਹੁੰਦੇ ਗੁਰੂ ਨਾਨਕ ਦਾ ਮਾਰਗ ਅਪਣਾ ਲਓ, ਸਰਬੱਤ ਦੇ ਪੱਲੇ ਲਈ ਵਿਚਰੋ, ਤੁਸੀਂ ਸਦਾ ਲਈ ਜਿਉਂਦੇ ਹੋ ਜਾਓਗੇ, ਲੋਕੀ ਤੁਹਾਨੂੰ ਮਰਨ ਨਹੀਂ ਦੇਣਗੇ। ਇਹ ਹੈ ਸਦਾ ਜਿਉਂਦੇ ਰਹਿਣ ਦਾ ਤਰੀਕਾ। ਸਦਾ ਜਿਉਂਦੇ ਰਹਿਣ ਦੀ ਭੁੱਖ ਵਾਹਿਗੁਰੂ ਨੇ ਪਾਈ ਹੈ, ਹੋਣੀ ਚਾਹੀਦੀ ਹੈ। ਜਿਉਂਦੇ ਰਹਿਣ ਲਈ ਅਸੀਂ ਆਏ, ਮਰਨ ਲਈ ਤੇ ਆਏ ਨਹੀਂ। ਆਪਾਂ ਮੌਤ ਦੇ ਆਪ ਸੇੜ ਲੈਂਦੇ, ਰੱਬ ਨਹੀਂ ਚਾਹੁੰਦਾ ਅਸੀਂ ਮਰੀਏ। ਜੇ ਰੱਬ ਦੇ ਮਾਰਗ ਤੇ ਚੱਲੀਏ ਕਦੀ ਨਹੀਂ ਮਰਾਂਗੇ ਆਪਾਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਦੋਂ ਲੋਭ ਮੋਹ ਟੂਟੇ ਭ੍ਰਮ ਸੰਗਾ, ਗੁਰੂ ਕੇ ਬਚਨ ਹਿਰਦੇ 'ਚ ਵਸਾ ਕੇ, ਸਤ ਸੰਗਤ ਵਿੱਚ ਆ ਕੇ, ਸਤਿਪੁਰਖਾਂ ਦੇ ਦੀਦਾਰ ਕਰਕੇ, ਜਦੋਂ ਗੁਰੂ ਕਾ ਮਿਹਰ ਭਰਿਆ ਹੱਥ ਆਇਆ ਸਿਰ ਤੇ, ਲੋਭ ਮੋਹ ਆਦਿਕ ਮਿਟ ਗਏ, ਤੇ ਫਿਰ ਹੁਣ ਕਹੋ ਨਾਨਕ ਸੁਖ ਸਹਿਜ ਆਨੰਦਾ। ਹੇ ਭਾਈ, ਹੁਣ ਤੇ ਜ਼ਿੰਦਗੀ 'ਚ ਸਹਿਜ ਆਤਮਕ ਅਡੋਲਤਾ ਆ ਗਈ, ਬੈਲੈਂਸ ਬਣ ਗਿਆ ਜ਼ਿੰਦਗੀ ਦਾ, ਜੀਵਨ ਦਾ ਇੱਕ ਵਤੀਰਾ ਇਹੋ ਜਿਹਾ ਬਣ ਗਿਆ। ਦੁੱਖ ਆ ਜਾਏ ਕੋਈ ਪਰਵਾਹ ਨਹੀਂ, ਇਹ ਵੀ ਦਾਤ ਤੇਰੀ ਦਾਤਾਰ। ਸੁੱਖ ਆ ਜਾਏ ਇਹ ਵਾਹਿਗੁਰੂ ਦੀ ਦਾਤ ਹੈ, ਮੇਰਾ ਨਹੀਂ ਹੈ। ਕੋ ਆਪਣਾ ਪਰਾਇਆ ਮਿੱਤਰ ਦੁਸ਼ਮਣ, ਕੋ ਜਸ ਅਬਜਸ ਉਸਤ ਨਿੰਦਾ ਕੋਈ ਅਸਰ ਹੀ ਨਹੀਂ ਪਾਉਂਦੀ। ਇਹ ਹੈ ਸਦਾ ਜਿਉਂਦੇ ਰਹਿਣ ਦਾ ਢੰਗ। ਹੁਣ ਅਸੀਂ ਜੇ ਨਿੱਕੀ ਨਿੱਕੀ ਗੱਲ ਤੇ ਕਿਸੇ ਦੀ ਗੱਲ ਸੁਣ ਕੇ ਦੁਖੀ ਹੋ ਜਾਈਏ, ਦੇਖੋ ਜੇ ਇੰਨੀ ਸੇਵਾ ਕਰਦੇ ਆ, ਫਲਾਣਾ ਸਾਡੀ ਕਦਰ ਨਹੀਂ ਪਾਉਂਦਾ, ਇਹ ਤਾਂ ਕੋਈ ਸੇਵਾ ਨਹੀਂ। ਅਸੀਂ ਤੇ ਰਿਮੋਟ ਹੀ ਦੂਜੇ ਨੂੰ ਫੜਾਇਆ ਹੋਇਆ ਆਪਣਾ। ਜਿਉਂਦੇ ਰਹਿਣ ਦਾ ਤਰੀਕਾ ਇਹ ਹੈ, ਸਦਾ ਵਾਹਿਗੁਰੂ ਜੀ ਦੇ ਆਸਰੇ ਤੇ ਵਾਹਿਗੁਰੂ ਜੀ ਦੇ ਭਾਣੇ 'ਚ ਆਨੰਦ 'ਚ ਰਹੀਏ। ਹੁਣ ਜ਼ਿੰਦਗੀ 'ਚ ਸੁੱਖ ਆ ਗਿਆ, ਆਤਮਕ ਆਨੰਦ ਆ ਗਿਆ, ਜ਼ਿੰਦਗੀ 'ਚ ਆਤਮਕ ਗਿਆਨ, ਆਤਮਕ ਅਡੋਲਤਾ, ਬੈਲੈਂਸ ਆ ਗਿਆ ਜ਼ਿੰਦਗੀ ਦਾ, ਸੋਝੀ ਆ ਗਈ ਜ਼ਿੰਦਗੀ। ਹੁਣ ਜ਼ਿੰਦਗੀ ਦੀ ਅਸਲੀਅਤ ਦਾ ਪਤਾ ਲੱਗ ਗਿਆ, ਆਨੰਦ ਆ। ਹੁਣ ਜ਼ਿੰਦਗੀ 'ਚ ਆਨੰਦ ਪਸਰ ਗਿਆ। ਖੋਲ ਭੀਤ ਮਿਲੇ ਪਰਮਾਨੰਦਾ, ਭੀਤ ਮਹਿਣਾ ਕੰਧ, ਉਹ ਜਿਹੜੀ ਬੜੀ ਕਰੜੀ ਕੰਧ ਸੀ ਨਾ ਸਾਡੇ ਅੰਦਰ, ਲੋਭ ਦੀ, ਮੋਹ ਦੀ, ਹੰਕਾਰ ਦੀ, ਉਹ ਨਹੀਂ ਸੀ ਸਾਨੂੰ ਵਾਹਿਗੁਰੂ ਨਾਲ ਮਿਲਣ ਦਿੰਦੀ। ਉਹ ਸਾਡੇ ਅੰਦਰ ਜਿਹੜੀ ਕੰਧ ਸੀ। ਹੁਣ ਜਦੋਂ ਅਸੀਂ ਗੁਰੂ ਕੋਲ ਆਏ, ਗੁਰੂ ਕਾ ਮੰਤਰ ਅੰਦਰ ਵਸਿਆ, ਅਸੀਂ ਸਤਿਪੁਰਖਾਂ ਦੇ ਗੁਰੂ ਕੀ ਸੰਗਤ ਦੇ ਦੀਦਾਰ ਕੀਤੇ, ਗੁਰੂ ਕੇ ਦੀਦਾਰ ਕੀਤੇ, ਗੁਰੂ ਕੇ ਬਚਨ ਮੰਨੇ, ਉਸ ਮਾਰਗ ਤੇ ਤੁਰੇ, ਉਹ ਕੰਧ ਢੱਠ ਗਈ। ਗੁਰ ਪੂਰੇ ਹਉਮੈ ਭੀਤ ਤੋਰੀ, ਜਨ ਨਾਨਕ ਮਿਲੇ ਬਨਵਾਰੀ। ਉਹ ਕੰਧ ਢੱਠ ਗਈ ਤੇ ਸਾਹਮਣੇ ਪ੍ਰਮਾਤਮਾ ਨਜ਼ਰ ਆ ਗਿਆ। ਜਿੱਧਰ ਦੇਖਦੇ ਪ੍ਰਮਾਤਮਾ, ਪ੍ਰਮਾਤਮਾ, ਆਨੰਦ ਬਣ ਗਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ, ਉਹ ਭਲੇ ਸੰਜੋਗ ਨੇ, ਭਲੇ ਦਿਨ ਨੇ, ਭਲਾ ਅਵਸਰ, ਜਦੋਂ ਮੈਂ ਵਾਹਿਗੁਰੂ ਜੀ ਦੀ ਪ੍ਰਸੰਨਤਾ ਪ੍ਰਾਪਤ ਕਰ ਲਈ। ਹੁਣ ਮੈਂ ਉਸ ਵਾਹਿਗੁਰੂ ਜੀ ਦੇ ਹੀ ਗੁਣ ਗਾਉਣਾ। ਪਰ ਉਹ ਪ੍ਰਸੰਨਤਾ ਮਿਲੀ ਉਦੋਂ ਜਦੋਂ ਮੈਂ ਸਤ ਸੰਗਤ ਵਿੱਚ ਆਇਆ, ਗੁਰੂ ਕੇ ਬਚਨ ਹਿਰਦੇ 'ਚ ਵਸੇ, ਸਤ ਸੰਗਤ ਦੇ ਦੀਦਾਰ ਕੀਤੇ, ਗੁਰੂ ਦਾ ਮਿਹਰ ਭਰਿਆ ਹੱਥ ਮੇਰੇ ਸਿਰ ਤੇ ਆ ਗਿਆ। ਉਸ ਮਾਰਗ ਤੇ ਚੱਲੇ, ਅੰਦਰੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਾਰਾ ਕੂੜਾ ਕਰਕਟ ਜਿਹੜਾ ਲਾਂਭੇ ਹੋ ਗਿਆ, ਤੇ ਅੰਦਰੋਂ ਹੀ ਆਨੰਦ ਪ੍ਰਗਟ ਹੋ ਗਿਆ, ਅੰਦਰੋਂ ਰੱਬ ਦੇ ਦੀਦਾਰ ਹੋ ਗਏ। ਸਤਿਗੁਰੂ ਜੀ ਮਿਹਰ ਕਰਨ, ਇਹ ਮਾਰਗ ਸਾਨੂੰ ਵੀ ਪ੍ਰਾਪਤ ਹੋਏ। ਅਸੀਂ ਵੀ ਗੁਰੂ ਕੀ ਹਜ਼ੂਰੀ 'ਚ ਆ ਕੇ ਆਪਣਾ ਸਿਰ ਗੁਰੂ ਦੇ ਚਰਨਾਂ ਤੇ ਰੱਖ ਦਈਏ। ਗੁਰੂ ਕੇ ਬਚਨ ਸਾਡੇ ਹਿਰਦੇ 'ਚ ਵਸ ਜਾਣ, ਗੁਰੂ ਕਾ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਆ ਜਾਏ, ਤੇ ਸਾਡੇ ਅੰਦਰੋਂ ਉਹ ਜਿਹੜਾ ਨਾ ਲੋਭ ਮੋਹ ਜਿਹੜਾ ਸਾਨੂੰ ਨਿਤ ਦੁਖੀ ਰੱਖਦਾ ਹੈ, ਉਹ ਨਿਰਸਰ ਹੋ ਜਾਏ। ਅੰਦਰ ਗੁਰੂ ਕੇ ਬਚਨਾਂ ਦਾ ਬੋਲ ਬਾਲਾ ਹੋ ਜਾਏ। ਤੇ ਫਿਰ ਸਤਿਗੁਰੂ ਜੀ ਦੀ ਕਿਰਪਾ ਸਦਕਾ ਗੁਰ ਸ਼ਬਦੀ ਗੋਬਿੰਦ ਗਜਿਆ,
ਦੀ ਜਦੋਂ ਅਵਸਥਾ ਮਾਣਾਂਗੇ ਫਿਰ ਆਨੰਦ ਹੀ ਆਨੰਦ ਬਣ ਜਾਏਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲ ਚੁੱਕ ਦੀ ਖੇਮਾ ਬਖਸ਼ ਦੇਣੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਬਖਸ਼ਿਸ਼ ਕਰਨ, ਸਮੂਹ ਸੰਗਤਾਂ ਨੂੰ ਗੁਰਬਾਣੀ ਦਾ ਪਿਆਰ, ਸਤ ਸੰਗਤ ਦਾ ਪਿਆਰ ਬਖਸ਼ਣ ਜੀਓ। ਘਰਾਂ ਵਿੱਚ ਸੁੱਖ ਸ਼ਾਂਤੀ ਤੇ ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਪਿਆਰ ਸਹਿਤ ਸਾਰੇ ਹੀ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।